ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ। ਰੈਨ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ। 12 ਬਰਸ ਬਾਲਪਨ ਬੀਤੇ, 20 बरस कछ तप ना कियो। 30 बरस कछ देव ना पूजा। फिर पशुताना बिरद पायो। मेरी मेरी करते जन्म गयो। सायर सोख भुजंग बल्यो। थाके नैन श्रवण सुन थाके, थाकी सुंदर काया। जरा हाक दी सब मत थाकी, एक न थाक समाया। बावरे तै ज्ञान विचार न पाया, बिरथा जन्म गवाया। बेसुमार अथाह अगनत तोलै, जो बुलावो त्यों नानक दास बोलै। सतनाम वाहिगुरु साहिब जी। कबीर हंस उड्यो तन गाड्यो, सो जाई सैनाह। अजहू जियो ना छोड़ई, रंकाई नैनाह। कबीर नैन निहारो तुझ कौ, श्रवण सुनो तो नाओ। बैन उचरो तो नाम जी, चरण कमल रिद ठाओ। वाहिगुरु जी का खालसा, वाहिगुरु जी की फतेह। तन तन सतगुरु गुरु गरीब निवाज पतित पावन भगत वशल कृपा निध सतगुरु श्री गुरु ग्रंथ साहिब जी दीन दयाल पातशाह, तिन्हां दी अपार करुणा है, अथाह मेहरामत है।
ਅਪਾਰ ਬਖਸ਼ਿਸ਼ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੇ ਜੀਵਨ ਦੇ ਅਮੋਲਕ ਪਲਾਂ ਨੂੰ ਅਧਿਆਤਮ ਕਰਮ ਕਰਦਿਆਂ ਹੋਇਆਂ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਕੇ ਨਾਮ ਰਸ ਆਪਣੇ ਹਿਰਦੇ ਅੰਦਰ ਸੰਚ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਸੀ। ਸਤਿਗੁਰੂ ਕੀ ਕਿਰਪਾ ਹੈ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾਹ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਗਤ ਜੰਜਾਲ ਦੀ ਨਿਆਈ ਹੈ ਜੇ ਗਿਆਨੀ ਹੋ ਕੇ ਵਾਚਿਆ ਜਾਏ। ਜੇ ਜਾਗੇ ਹੋ ਕੇ ਸੰਸਾਰ ਨੂੰ ਵਾਚੀਏ ਤਾਂ ਜਗਤ ਸੰਸਾਰ ਪਦਾਰਥ ਮਾਇਆ ਦੁਨਿਆਵੀ ਸੰਬੰਧ ਮਨੁੱਖ ਦੀ ਸੁਰਤ ਉਹਦੇ ਸਮੁੱਚੇ ਜੀਵਨ ਅੰਦਰ ਇੰਨਾ ਦਖਲ ਪੈਦਾ ਕਰ ਦਿੰਦੇ ਨੇ ਔਰ ਇੰਨਾ ਅਕੱਟ ਪ੍ਰਭਾਵ ਪਾ ਦਿੰਦੇ ਨੇ ਕਿ ਮਨੁੱਖ ਨੂੰ ਸੂਝ ਨਹੀਂ ਰਹਿੰਦੀ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਚੇਤੰਨ ਕੀਤਾ ਸੀ ਕਿ ਸੋਨ ਸਮਾਨ ਸਰੀਰ ਮਨੁੱਖਾ ਦੁਰਲੱਭ ਜਨਮ ਅਵਸਰ ਜਿਹੜਾ ਹੈ ਕਿਤੇ ਇਹਨਾਂ ਪਦਾਰਥਾਂ ਦੇ ਸੰਬੰਧਾਂ ਦੇ ਮੋਹ ਆਕਰਸ਼ਣ ਦੇ ਵਿੱਚ ਹੀ ਤਮਾਮ ਜੀਵਨ ਨਾਲ ਬਤੀਤ ਹੋ ਜਾਏ। ਆਪਣੇ ਆਤਮ ਸਰੂਪ ਦੀ ਪਛਾਣ ਕਰਨਾ ਅਤੇ ਉਹਦੇ ਵਿੱਚ ਅਭੇਦ ਹੋਣਾ ਵੀ ਜ਼ਰੂਰੀ ਹੈ। ਇਸੇ ਪ੍ਰਕਾਰ ਜਦ ਉੱਤਮ ਪੁਰਖਾਂ ਦੀ ਸੰਗਤ ਕਰਨੀ ਹੋਵੇ ਤਾਂ ਦੁਬਿਧਾ ਦੇ ਸ਼ੰਕਾ ਦੇ ਕਾਮਨਾ ਦੇ ਜਾਂ ਕੋਈ ਵੀ ਪੂਰਵ ਨਿਰਧਾਰਤ ਖਿਆਲ ਵਿਚਾਰ ਆਪਣੇ ਮਨ ਦੇ ਅੰਦਰ ਅਤੇ ਆਪਣੇ ਨਿੱਜ ਦੇ ਅਭਿਆਸ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉੱਤਮ ਪੁਰਖ ਇਹ ਜਾਣਦੇ ਨੇ। ਕਿਉਂਕਿ ਜਦ ਉੱਤਮ ਪੁਰਖ ਕੋ ਜਾਈਏ ਉਹ ਜਾਣਦਾ ਇਹਦੀ ਬੰਦਗੀ ਕਿੰਨੀ ਕੁ ਹੈ, ਜਾਂ ਜਦ ਅਸੀਂ ਕੋਈ ਵਾਕ ਕਹਿੰਦੇ ਹਾਂ ਉਹਦੇ ਤੋਂ ਪ੍ਰਤੀਤ ਹੋ ਜਾਂਦੀ ਹੈ ਕਿ ਇਹ ਕਿੰਨੀ ਕੁ ਜਗਿਆਸਾ ਦੇ ਵਿੱਚ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾਹ। ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬੜੇ ਦ੍ਰਿਸ਼ ਬੜੇ ਬਿੰਬ ਬੜੇ ਪ੍ਰਤੀਕ ਬੜੀਆਂ ਉਦਾਹਰਣਾਂ ਸਾਨੂੰ ਦਿੱਤੀਆਂ ਨੇ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਜੀਵਨ ਦਾ ਖੇਲ ਸਮਝ ਆ ਜਾਏ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਪਰਮ ਅਰਥ ਦੀ ਤਲਾਸ਼ ਪੈਦਾ ਹੋ ਜਾਏ ਅਤੇ ਕੋਈ ਐਸਾ ਢੰਗ ਜਿਹਨੂੰ ਸੂਤਰ ਰੂਪ ਦੇ ਵਿੱਚ ਸਮਝ ਕੇ ਮਨੁੱਖ ਆਪਣੇ ਜੀਵਨ ਦੇ ਮਨੋਰਥ ਦੇ ਲਈ ਯਤਨ ਕਰਨਾ ਆਰੰਭ ਕਰਦੇ। ਗੁਰਬਾਣੀ 'ਚ ਐਸੇ ਬੜੇ ਪ੍ਰਮਾਣ ਪਏ ਨੇ। ਸਾਡੇ ਜੀਵਨ ਦੇ ਖੇਲ ਨੂੰ ਸਤਿਗੁਰੂ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਬਾਣੀ 'ਚ ਇਵੇਂ ਵੀ ਸਮਝਾਇਆ ਹੈ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਜੀਵਨ ਦੀ ਜੁਗਤ ਸਮਝਾਈ ਹੈ। ਪੰਛੀ ਆਲ੍ਹਣ ਕਿਸੇ ਰੁੱਖ ਦੇ ਉੱਪਰ ਆਲ੍ਹਣਾ ਪਾਉਂਦਾ ਹੈ ਤਾਂ ਉਹ ਜਿਤਨਾ ਕੁ ਸਮਾਂ ਰਾਤ ਦਾ ਬਤੀਤ ਕਰਦਾ ਹੈ, ਦਿਨ ਵੇਲੇ ਆਪਣਾ ਚੋਗੇ ਦੀ ਦਾਣੇ ਦੀ ਭਾਲ ਕਰਦਾ ਹੈ। ਸ਼ਾਮ ਵੇਲੇ ਯਕੀਨਨ ਨਹੀਂ ਕਿ ਉਸੇ ਰੁੱਖ 'ਤੇ ਆ ਕੇ ਬੈਠੇਗਾ, ਕਿਸੇ ਹੋਰ 'ਤੇ ਵੀ ਬੈਠੇਗਾ। ਇਸ ਕਰਕੇ ਪੰਛੀ ਦਾ ਰੁੱਖ 'ਤੇ ਬੈਠਣਾ, ਰੁੱਖ ਦੇ ਉੱਪਰ ਕਬਜ਼ਾ ਕਰਨਾ ਨਹੀਂ ਹੈ। ਉਹ ਆਪਣੀ ਪਰਵਾਜ਼ ਕਿਤੋਂ ਵੀ ਆਰੰਭ ਕਰਕੇ ਕਿਤੇ ਵੀ ਸਮਾਪਤ ਕਰ ਸਕਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਕਿਹਾ ਜੀਵਨ ਦਾ ਖੇਲ ਇਵੇਂ ਹੈ ਕਿ ਪੰਛੀ ਬੈਠਿਆ ਉੱਡ ਗਿਆ। ਇਸੇ ਪ੍ਰਕਾਰ ਸਰੀਰ ਰੂਪ ਰੁੱਖ 'ਤੇ ਆਤਮਾ ਰੂਪ ਹੰਸ ਬੈਠਿਆ, ਕਦੋਂ ਉੱਡ ਜਾਏ ਪਤਾ ਨਹੀਂ।
ਇਸੇ ਪ੍ਰਕਾਰ ਸਾਨੂੰ ਜੀਵਨ ਦਾ ਖੇਲ ਇਵੇਂ ਵੀ ਸਮਝਾਇਆ ਹੈ, ਜੈਸੇ ਰੈਣ ਪਰਾਹੁਣੇ ਉੱਠ ਚੱਲਸੇ ਪ੍ਰਭਾਤ, ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਸਰਾਂ ਦੇ ਵਿੱਚ ਜਿਹੜੇ ਮੁਸਾਫਰ ਠਹਿਰਦੇ ਨੇ, ਯਾਤਰੂ ਠਹਿਰਦੇ ਨੇ, ਵਧੀਕ ਤੋਂ ਵਧੀਕ 2 ਰਾਤਾਂ 3 ਰਾਤਾਂ, ਇਸ ਤੋਂ ਵਧੀਕ ਨਹੀਂ ਠਹਿਰਦੇ, ਆਖਰ ਉਹ ਦਿਨ ਚੜ੍ਹੇ ਚੱਲ ਪੈਂਦੇ ਨੇ। ਇਸੇ ਪ੍ਰਕਾਰ ਜਗਤ ਦੀ ਸਰਾਂ 'ਤੇ ਕੁਝ ਸਮਾਂ ਠਹਿਰਨ ਦਾ ਮੌਕਾ ਮਿਲਿਆ, ਪਰ ਇਸ ਠਹਿਰਨ ਨੂੰ ਆਪਣਾ ਅਸੀਂ ਭਰਮ ਬਣਾ ਲੈਂਦੇ। ਇਸੇ ਪ੍ਰਕਾਰ ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਕਿ ਜਿਵੇਂ ਦਿਨ ਚੜ੍ਹਨ ਦੇ ਨਾਲ ਰਾਤ ਛੱਟ ਜਾਂਦੀ ਹੈ, ਉਸੇ ਪ੍ਰਕਾਰ ਜਿਹੜਾ ਹੈ ਮਨੁੱਖ ਦਾ ਜੀਵਨ ਦਾ ਜਿਹੜੀ ਰਾਤ ਹੈ ਉਹ ਖਤਮ ਹੋ ਰਹੀ ਹੈ ਅਤੇ ਦਿਨ ਦਾ ਚਿੱਟਾ ਕਾਲ ਦਾ ਉਜਾਲਾ ਹੋਣ ਵਾਲਾ, ਪਰ ਮਨੁੱਖ ਨਹੀਂ ਸੁਚੇਤ ਹੁੰਦਾ। ਇਸ ਕਰਕੇ ਇਹ ਪ੍ਰਮਾਣ ਮੈਂ ਆਪਦੇ ਸਨਮੁਖ ਤਾਂ ਰੱਖੇ ਨੇ ਕਿਉਂਕਿ ਸਾਨੂੰ ਕੁਝ ਹੱਦ ਤੱਕ, ਕਿਉਂਕਿ ਗੁਰਬਾਣੀ ਨਾਲ ਜੁੜੇ ਹਾਂ, ਸਪਸ਼ਟ ਹੋਣਾ ਚਾਹੀਦਾ ਕਿ ਜੀਵਨ ਨੂੰ ਕਿਹੜੇ ਢੰਗਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਸਮਝਾਇਆ ਹੈ। ਇੱਕ ਜਗ੍ਹਾ ਇਹ ਵੀ ਵਾਕ ਆਉਂਦੇ ਹਨ, ਨਦੀਆਂ ਵਾਹਾ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ, ਫਰਮਾਉਂਦੇ ਹਨ, ਕਬੀਰ ਹੰਸ ਉੱਡਿਓ ਤਨ ਗਾਡਿਓ। ਹੁਣ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹੰਸ ਉੱਡਿਓ। ਆਤਮ ਰੂਪ ਹੰਸ ਸਰੀਰ ਰੂਪ ਰੁੱਖ ਤੋਂ ਉੱਡ ਗਿਆ ਹੈ, ਇਹਦੇ ਤੋਂ ਬਾਅਦ ਤਨ ਦੀ ਕੋਈ ਕੀਮਤ ਨਹੀਂ ਰਹੇਗੀ। ਜਲਾਇਆ ਜਾਏਗਾ, ਦਬਾਇਆ ਜਾਏਗਾ ਜਾਂ ਵਹਾ ਦਿੱਤਾ ਜਾਏਗਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੰਸ ਉੱਡਿਓ। ਹੁਣ ਸਰੀਰ ਦੇ ਵਿੱਚੋਂ ਆਤਮ ਰੂਪ ਪੰਖੀ ਉੱਡਣ ਵਾਲਾ ਹੈ, ਤਨ ਦੇ ਵਿੱਚ ਕੋਈ ਬਲ ਬਾਕੀ ਨਹੀਂ ਬਚਿਆ। ਪਤਾ ਹੈ ਕਿ ਬਸ ਕੁਝ ਕੁ ਗਿਣਤੀ ਦੇ ਸਾਹ ਨੇ ਅਤੇ ਮੌਤ ਦੀ ਦਹਲੀਜ਼ 'ਤੇ ਖੜ੍ਹੇ ਹਾਂ। ਤਾਂ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਜਾਈ ਸਹਿ ਨਾਹਾ, ਤਾਂ ਵੀ ਆਪਣੇ ਪਰਮ ਸਰੂਪ ਦੀ ਸੋਝੀ ਨਹੀਂ ਕਰ ਰਿਹਾ। ਆਪਣੇ ਪਰਿਵਾਰ ਨੂੰ, ਆਪਣੇ ਹੋਰ ਸਾਰੇ ਸੰਬੰਧੀਆਂ ਨੂੰ ਸੈਨਤਾਂ ਦੇ ਨਾਲ, ਇਸ਼ਾਰਿਆਂ ਦੇ ਨਾਲ, ਸੰਕੇਤਾਂ ਦੇ ਨਾਲ ਆਪਣੇ ਧਨ ਪਤਾ ਹੋਣ ਦਾ, ਜਾਂ ਉਸ ਵਕਤ ਵੀ ਜੋ ਮੌਤ ਦੀ ਦਹਲੀਜ਼ 'ਤੇ ਖਲੋ ਕੇ ਮਾਇਆ ਦਾ ਦਖਲ, ਦੁਨਿਆਵੀ ਚਿਤਵਣੀ ਜਿਹੜੀ ਹਿਰਦੇ ਅੰਦਰ ਚੱਲ ਰਹੀ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਸੈ ਨਾਹਾ, ਉਹਦੀ ਸੈਨਤਾ ਮਾਰਦਾ ਹੈ। ਅੱਗੇ ਆਖਦੇ ਹਨ, ਅਜਹੂ ਜੀਓ ਨਾ ਛੋਡਈ ਰੰਕਾਈ ਨੈ ਨਾਹਾ। ਕਹਿੰਦੇ ਦੇਖੋ ਜੀਵ ਦੀ ਕਿੰਨੀ ਭਿਆਨਕ ਹਾਲਤ ਹੈ ਕਿ ਕੁਝ ਕੁ ਸਵਾਸਾਂ ਦਾ ਫਾਸਲਾ ਹੈ, ਮੌਤ ਦੇ ਦੁਆਰ 'ਤੇ ਦਸਤਕ ਹੋ ਜਾਏਗੀ, ਪ੍ਰਾਣ ਪੰਖੇਰੂ ਹੋ ਜਾਣਗੇ, ਤਨ ਸਿਆਹ ਹੋ ਜਾਏਗਾ, ਇਹ ਸਰੀਰ ਰੂਪ ਰੁੱਖ ਸੁੰਨਾ ਰਹਿ ਜਾਏਗਾ ਆਤਮ ਰੂਪ ਪੰਖੀ ਤੋਂ ਬਿਨਾਂ। ਪਰ ਦੇਖੋ ਮਨੁੱਖ ਦੀ ਹਾਲਤ, ਰੰਕਾਈ ਨੈ ਨਾਹਾ, ਅਜੇ ਵੀ ਇਹਦੀ ਅੱਖਾਂ ਦੀ ਕੰਗਾਲਤਾ ਹੀ ਦੇਖੋ ਕਿ ਦੁਨਿਆਵੀ ਦੇਖਣ ਦੀ ਚਾਹਤ ਜਾਂ ਦੁਨਿਆਵੀ ਤੌਰ 'ਤੇ ਚਿੱਤ ਉੱਪਰ ਕਿੰਨਾ ਅਸਰ ਹੈ ਕਿ ਅਜੇ ਵੀ ਇਹਨਾਂ ਨੇਤਰਾਂ ਦੇ ਨਾਲ ਸੈਨਤਾ ਕਰਕੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਸੰਕੇਤ ਕਰਕੇ ਆਪਣੇ ਧਨ ਦਾ ਜਾਂ ਜੋ ਵੀ ਮਨ ਅੰਦਰ ਵਾਸਨਾ ਦੇ ਖਿਆਲ ਚੱਲਦੇ ਨੇ ਉਹਦੇ ਤਹਿਤ ਦੱਸ ਰਿਹਾ ਹੈ। ਹੁਣ ਇਸ ਗੱਲ ਨੂੰ ਵਿਸਥਾਰ ਨਾਲ ਸਮਝਣਾ ਹੋਵੇ, ਜੇ ਕਦੇ ਆਪ ਜੀ ਨੇ ਕਿਸੇ ਪ੍ਰਾਣੀ ਦਾ ਅੰਤਮ ਸਮਾਂ ਦੇਖਿਆ ਹੋਵੇ ਤਾਂ ਗੱਲ ਦ੍ਰਿਸ਼ ਦੇ ਤੌਰ 'ਤੇ ਭਾਵ ਨਾਲ ਪਕੜ ਵਿੱਚ ਆ ਜਾਏਗੀ। 2-3 ਦਫਾ ਮੈਂ ਦੇਖਿਆ ਹੋਇਆ, ਉਹਦੇ ਵਿੱਚ ਦੇਖਿਆ ਕਿ ਬਹੁਤ ਮਨੁੱਖ, ਜੇ ਕਹਿ ਲਈਏ ਕਿ 100 ਦੇ ਵਿੱਚੋਂ 100 ਮਨੁੱਖ ਮਰ ਲੱਗਿਆਂ ਭੈ ਭੀਤ ਹੁੰਦੇ ਨੇ ਤਾਂ ਕੋਈ ਗਲਤ ਗੱਲ ਨਹੀਂ, ਕੋਈ ਅਤਕਥਨੀ ਵੀ ਨਹੀਂ, 100 ਹੀ ਭੈ ਭੀਤ ਹੁੰਦੇ। ਹੁਣ ਭੈ ਭੀਤ ਹੋਣ ਦਾ ਕੋਈ ਕਾਰਨ ਹੈ। ਭੈ ਭੀਤ ਹੋਣ ਦਾ ਕਾਰਨ ਕੀ ਹੈ ਕਿ ਜਦੋਂ ਜੀਵਨ ਆਰੰਭ ਹੋਇਆ ਹੈ, ਜੀਵਨ ਗਿਆਨ ਦੇ ਨਾਲ ਨਹੀਂ ਜੀਵਿਆ। ਜਿਵੇਂ ਇੱਕ ਨਾਲਾਇਕ ਵਿਦਿਆਰਥੀ ਨੂੰ ਇਮਤਿਹਾਨ ਨੇੜੇ ਆਉਣ ਨਾ ਤਾਂ ਉਹ ਨਾਜਾਇਜ਼ ਯਤਨ ਆਰੰਭ ਕਰ ਦਿੰਦਾ ਹੈ। ਪਹਿਲਾਂ ਤਾਂ ਸੋਚਦਾ ਕਿ ਪੋਸਟਪੋਨ ਹੋ ਜਾਣ, ਜੇ ਨਹੀਂ ਹੋਏ, ਦੇਣੇ ਪੈ ਰਹੇ ਨੇ, ਫਿਰ ਉਹਨੂੰ ਕਿਸੇ ਗਲਤ ਢੰਗ ਦੇ ਨਾਲ ਪੂਰਾ ਪੈ ਜਾਵੇ, ਪਰ ਉਹਦੇ ਨਾਲ ਫਿਰ ਵੀ ਸਫਲ ਨਹੀਂ ਹੁੰਦਾ। ਇਸੇ ਪ੍ਰਕਾਰ ਜਿਨ੍ਹਾਂ ਨੇ ਸਤਿਗੁਰੂ ਕੋਲੋਂ ਜੀਵਨ ਜਿਉਣ ਦੀ ਜੁਗਤ ਸਿੱਖੀ ਨਹੀਂ, ਜੀਵਨ ਜਿਉਣ ਦਾ ਜਿਹੜਾ ਕੋਈ ਆਦਰਸ਼ ਨਹੀਂ ਧਾਰਨ ਕੀਤਾ, ਆਪਣੇ ਜੀਵਨ ਦੀ ਮਿਲੀ ਹੋਈ ਰਾਸ ਦਾ ਕੋਈ ਉੱਚਾ ਸੁੱਚਾ ਪ੍ਰਯੋਗ ਹੀ ਨਹੀਂ ਕੀਤਾ, ਆਪਣੇ ਗਿਆਨ ਇੰਦਰੇ ਕਰਮ ਇੰਦਰਿਆਂ ਨੂੰ ਸੰਸਾਰ ਦੀ ਮਾਇਆ ਦੇ ਮਜ਼ਦੂਰ ਬਣਾ ਕੇ ਰੱਖਿਆ, ਉਹਨਾਂ ਮਨੁੱਖਾਂ ਦੀ ਜੀਵਨ ਦੀ ਭਗਤ ਕਬੀਰ ਸਾਹਿਬ ਜੀ ਗੱਲ ਕਰ ਰਹੇ ਨੇ। ਅਸੀਂ ਬਾਣੀ 'ਚ ਨਾ ਇੱਕ ਵਾਕ ਪੜ੍ਹਦੇ, ਜਿਨ੍ਹਾਂ ਕੋਲ ਨਹੀਂ ਹੈ, ਜੀਵਨ ਦੀ ਸੂਝ ਨਹੀਂ, ਕਿਵੇਂ ਜੀਵਨ ਬਤੀਤ ਹੁੰਦਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਸਾਰਾ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ। ਅੱਗੇ ਆਖਦੇ ਨੇ, 10ਵੇਂ ਦੱਦਾ ਹੋਆ ਸੁਆਹਾ, ਗਏ ਸੇ ਗੀਤ ਪੁਕਾਰੀ ਤਾ, ਉੱਡਿਆ ਹੰਸ
ਦਸਾਏ ਰਾ ਆਇਆ ਗਿਆ ਮੁਇਆ ਨਾਉ ਪਿਛੈ ਪੱਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ। ਜਿਸ ਜੀਵਨ ਦੇ ਪੜਾਅ 'ਤੇ ਗੁਰੂ ਦੇ ਸ਼ਬਦ ਦੇ ਦੀਪਕ ਨੂੰ ਆਪਣੇ ਸੁਰਤ ਦੀ ਦਹਿਲੀਜ਼ 'ਤੇ ਜਗਾਉਣਾ ਸੀ ਅਤੇ ਜਿਹਦੇ ਨਾਲ ਬਾਹਰੀ ਜੀਵਨ ਵੀ ਰੌਸ਼ਨ ਹੋ ਜਾਣਾ ਸੀ ਅਤੇ ਅੰਦਰੂਨੀ ਜੀਵਨ ਦੇ ਵਿੱਚ ਵੀ ਚਾਨਣ ਹੋ ਜਾਣਾ ਸੀ। ਜਿਵੇਂ ਦਰਵਾਜ਼ੇ ਦੇ ਵਿੱਚ ਦੀਵਾ ਰੱਖ ਦਈਏ ਨਾ ਅਤੇ ਉਹ ਬਾਹਰ ਨੂੰ ਵੀ ਰੌਸ਼ਨੀ ਕਰਦਾ ਅਤੇ ਅੰਦਰ ਨੂੰ ਵੀ ਕਰਦਾ ਹੈ। ਇਸੇ ਪ੍ਰਕਾਰ ਜੀਵਨ ਦੇ ਆਰੰਭ 'ਤੇ ਜਿਹੜਾ ਗੁਰੂ ਉਪਦੇਸ਼ ਦਾ ਦੀਪਕ ਜਿਹੜੀ ਆ ਗਿਆਨ ਰੂਪ ਵਿਚਾਰ ਸ਼ਰਵਣ ਕਰਦੇ ਹਾਂ, ਇਹਦੀ ਸਮਝ ਵਾਲਾ ਗਿਆਨ ਦਾ ਤੇਲ ਅਨੁਭਵ ਦੀ ਵੱਟੀ ਜਗਾ ਕੇ ਜਿਹੜਾ ਗਿਆਨ ਦਾ ਪ੍ਰਕਾਸ਼ ਕਰਨਾ ਸੀ, ਉਸ ਦੀਵੇ ਨੂੰ ਨਹੀਂ ਜਗਾਇਆ ਅਤੇ ਹਨੇਰੇ ਦੇ ਵਿੱਚ ਕਰਮ ਕੀਤੇ ਨੇ। ਹਨੇਰੇ ਵਿੱਚ ਕਰਮ ਕੀਤੇ ਨੇ ਉਦੋਂ ਚੰਗੇ ਲੱਗਦੇ ਰਹੇ, ਜਦੋਂ ਹੁਣ ਉਹਨਾਂ ਕਰਮਾਂ ਦਾ ਸਿਲਸਿਲਾ ਸੁਰਤ ਦੇ ਵਿੱਚ ਦੁਬਾਰਾ ਰਿਪੀਟ ਹੋ ਰਿਹਾ ਹੈ ਅਤੇ ਇੱਕ ਪਾਸੇ ਜੀਵਨ ਦੀ ਹਾਲਤ ਵੀ ਨਜ਼ਰ ਆ ਰਹੀ ਹੈ, ਅਤੇ ਫਿਰ ਪਤਾ ਹੈ ਕਿ ਸਾਰਾ ਕੁਝ ਸੰਚਣ ਕੀਤਾ ਕਿ ਜੀਵਨ ਦੇ ਵਿੱਚ ਸੁਖਦਾਈ ਹੋ ਜਾਏ, ਪਰ ਹੁਣ ਜਦੋਂ ਮ੍ਰਿਤੂ ਆਈ ਹੈ ਅਤੇ ਦੇਖਿਆ ਹੈ ਕਿ ਫਿਰ ਜੀਵਨ ਦਾ ਮਨੋਰਥ ਵੀ ਚੇਤੇ ਆਇਆ। ਫਿਰ ਕਰਮਾਂ ਦੀ ਵਾਚਣਾ ਵੀ ਚੱਲੀ ਕਿ ਕੋਈ ਬਹੁਤ ਸ਼ੁਭ ਕਰਮ ਨਹੀਂ ਹਨ, ਬੰਦਗੀ ਦਾ ਧਨ ਨਹੀਂ ਹੈ, ਜਿਹੜਾ ਸੰਚਿਆ ਹੈ ਉਹਨੂੰ ਨਾਲ ਨਹੀਂ ਲਿਜਾ ਸਕਦਾ। ਘਰ ਮੰਦਰ ਮਹਿਲ ਮਾੜੀ ਦੁਨਿਆਵੀ ਪ੍ਰਤਿਭਾ ਸਮਰਥਾਵਾਂ ਬੜੀਆਂ ਪੈਦਾ ਕੀਤੀਆਂ ਨੇ, ਉਹ ਕੋਲ ਵੀ ਪਈਆਂ ਨੇ, ਪਰ ਲਿਜਾ ਨਹੀਂ ਸਕਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੰਸ ਉੱਡਿਓ ਤਨ ਗਾਡਿਓ। ਅਸੀਂ ਜੀਵਨ ਨੂੰ ਕਦੀ ਵੀ ਗੁਰਮਤ ਅਨੁਸਾਰ ਨਹੀਂ ਜਿਉਂਦੇ। ਅਸੀਂ ਦੁਨੀਆ ਅੱਜ ਵੀ ਅਸੀਂ ਆਪਣੇ ਜੀਵਨ ਦੀ ਕਿਤੇ ਵਿਚਾਰ ਕਰ ਲਈਏ ਨਾ ਤਾਂ ਦੇਖ ਲੈਣਾ 80% ਅਸੀਂ ਦੁਨਿਆਵੀ ਤੌਰ 'ਤੇ ਹੀ ਚੱਲ ਰਹੇ ਹਾਂ। ਸਾਡੇ ਦ੍ਰਿਸ਼ਟੀਕੋਣ, ਸਾਡੇ ਨਜ਼ਰੀਏ, ਸਾਡੇ ਭਾਵ, ਸਾਡੀਆਂ ਅਪੇਖਸ਼ਾਵਾਂ, ਸਾਡੀਆਂ ਆਕਾਂਖਿਆਵਾਂ ਦੁਨਿਆਵੀ ਨੇ ਸਾਰੀਆਂ, ਭਾਵੇਂ ਰੋਜ਼ਾਨਾ ਦੇ ਸਤਸੰਗੀ ਵੀ ਹਾਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੰਸ ਉੱਡਿਓ। ਜੀਵਨ ਦੇ ਵਿੱਚ ਪਹਿਲਾਂ ਸੂਝ ਨਹੀਂ ਰਹੀ, ਹਨੇਰੇ ਵਿੱਚ ਕਰਮ ਕਰਦਾ ਰਿਹਾ। ਹਨੇਰੇ ਵਿੱਚ ਕੀਤੇ ਕਰਮਾਂ ਦੇ ਵਿੱਚ ਨਹੀਂ ਸੀ ਪਤਾ ਇਹਨਾਂ ਦਾ ਕੀ ਫਲ ਹੋਏਗਾ। ਹੁਣ ਮਨੁੱਖ ਮਲੀਨ ਕਿਵੇਂ ਹੁੰਦਾ। ਹੰਸ ਉੱਡਿਓ ਦਾ ਭਾਵ ਜੇ ਗਹਿਰਾ ਵਾਚੀਏ ਤਾਂ ਅਸੀਂ ਜੀਵਨ ਦੇ ਵਿੱਚ ਜਿੰਨਾ ਕੁਝ ਦੇਖਦੇ ਹਾਂ, ਕਿਸੇ ਨੂੰ ਇਹ ਮਨੋਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਅਗਰ ਆਪ ਜੀ ਕਿਸੇ ਨੂੰ ਬਿਲਕੁਲ ਫੋਕਸ ਕਰਕੇ ਕਿਸੇ ਚੀਜ਼ ਨੂੰ 7 ਤੋਂ ਲੈ ਕੇ 11 ਸੈਕਿੰਡ ਤੱਕ ਦੇਖਦੇ ਹੋ ਅਤੇ ਉਹਦਾ ਜਿਹੜਾ ਹੈ ਇੱਕ ਅਪ੍ਰਤਿਆਸ਼ਿਤ ਚਿੱਤਰ ਸਾਡੇ ਸੁਰਤ ਦੇ ਅੰਦਰ, ਸਾਡੀ ਸਿਮਰਤੀ ਦੇ ਅੰਦਰ ਬਣਦਾ ਹੈ। ਜੀਵਨ ਪਰ ਇਹਨਾਂ ਅੱਖਾਂ ਦੇ ਨਾਲ ਕਿਤਨੇ ਮਨੁੱਖ ਨੇ ਰੰਗ ਤਮਾਸ਼ੇ ਦੇਖੇ ਨੇ, ਕੇਵਲ ਉਹ ਦੇਖੇ ਨਹੀਂ, ਉਹਨਾਂ ਦੇ ਮਗਰ ਕੋਈ ਮਲੀਨ ਭਾਵਨਾ ਵੀ ਕੰਮ ਕਰਦੀ ਰਹੀ। ਕਿਸੇ ਵਾਰੀ ਕਿਸੇ ਪਦਾਰਥ ਨੂੰ ਲੋਭ ਕਰਕੇ ਦੇਖਿਆ, ਕਿਸੇ ਨੂੰ ਕਾਮ ਦੀ ਮਲੀਨਤਾ ਕਰਕੇ ਦੇਖਿਆ, ਕਿਸੇ ਨੂੰ ਆਪਣੇ ਕ੍ਰੋਧ ਦੇ ਅਹੰਕਾਰ ਕਰਕੇ ਇਹਨਾਂ ਨੇਤਰਾਂ ਦੇ ਵਿੱਚੋਂ ਕ੍ਰੋਧਪੁਣਾ ਪ੍ਰਗਟ ਕੀਤਾ। ਤਾਂ ਹੁਣ ਜੀਵਨ ਦੇ ਵਿੱਚ ਆਪਣੀ ਸਿਮਰਤੀ ਨੂੰ ਬੰਦਾ ਆਪ ਮਲੀਨ ਕਰਦਾ ਹੈ। ਇਸ ਕਰਕੇ ਆਨੰਦ ਸਾਹਿਬ ਦੀ ਬਾਣੀ ਤਾਂ ਰੋਜ਼ਾਨਾ ਚੇਤਨ ਕਰਦੀ ਹੈ। ਹੁਣ ਜਿਹੜੇ ਦ੍ਰਿਸ਼ ਦੇਖੇ ਨੇ, ਸੰਬੰਧੀਆਂ ਦੇ ਦ੍ਰਿਸ਼ ਦੇਖਦਾ ਰਿਹਾ, ਉਹਨਾਂ ਦੇ ਵਿੱਚੋਂ ਨਿਰਾਕਾਰ ਨੂੰ ਨਹੀਂ ਪਛਾਣ ਚੱਕਿਆ ਕਿ ਅਸਲ ਨਿਰਾਕਾਰ ਇਹਨਾਂ ਦੁਆਰਾ ਕਾਰਜਸ਼ੀਲ ਹੈ। ਦਾਤਾ ਨੂੰ, ਪਦਾਰਥਾਂ ਨੂੰ ਭੋਗਦਾ ਰਿਹਾ, ਆਨੰਦ ਮਾਣਦਾ ਰਿਹਾ, ਪਰ ਉਹਦੇ ਵਿੱਚ ਜਿਹੜਾ ਦਾਤਾਰ ਰੂਪ ਸਮਾਇਆ ਹੋਇਆ ਹੈ ਉਹਦੀ ਸੂਝ ਨਹੀਂ ਆਈ। ਸਰੀਰ ਦੇ ਤਲ 'ਤੇ ਕਿ ਆਪਣੀ ਚੇਤਨਾ ਨੂੰ ਸੀਮਤ ਰੱਖਿਆ, ਸਰੀਰ ਦੇ ਅੰਦਰ ਜਿਹੜੀ ਪਰਮ ਹਸਤੀ ਆਤਮ ਸਰੂਪ ਵਿਚਰਦੀ ਹੈ ਉਹਦਾ ਕਦੀ ਖਿਆਲ ਨਹੀਂ ਆਇਆ। ਅਤੇ ਜਿਹੜਾ ਮਨੁੱਖ ਇਸ ਤਰ੍ਹਾਂ ਦਾ ਜਿਉਂਦਾ ਹੈ, ਯਕੀਨਨ ਉਹਦੀ ਜਿਹੜੀ ਸੁਰਤ ਹੈ ਉਹਦਾ ਪ੍ਰਕਾਸ਼ ਨਹੀਂ ਹੁੰਦਾ ਅਤੇ ਉਹ ਆਤਮਿਕ ਮੌਤ ਹੰਢਾ ਹੁੰਦਾ, ਸਰੀਰਕ ਮੌਤ ਹੀ ਬਾਕੀ ਹੁੰਦੀ ਹੈ ਉਹਦੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੰਸ ਉੱਡਿਓ ਤਨ ਗਾਡਿਓ। ਜੀਵਨ ਦੇ ਸਾਰੇ ਬਲ ਮੁੱਕ ਗਏ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੀ ਵਾਕ ਨੇ, ਰਹਿਣ ਗਈ ਥਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ। ਵੇਖੋ, ਕਦੇ ਬਾਣੀ ਪੜ੍ਹੀ, ਅਸੀਂ ਤਾਂ ਬਾਣੀ ਪੜ੍ਹਦੇ ਨਹੀਂ ਠੀਕ ਢੰਗ ਨਾਲ ਜੇ ਵੇਖਿਆ ਜਾਏ ਤਾਂ। ਸਾਡੇ ਜੀਵਨ ਦੀ ਮੈਂ ਕਈ ਵਾਰੀ ਦੇਖਦਾ ਸਗਲ ਹਾਲਾਤਾਂ ਗੁਰਬਾਣੀ 'ਚ ਆਉਂਦੀਆਂ ਨੇ। ਹੁਣ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ਦੇ ਵਿੱਚ ਕਿਹਾ ਹੋਇਆ, ਥਰ ਹਰ ਕੰਪੈ ਬਾਲਾ ਜੀਓ। ਕਹਿੰਦੇ ਹੁਣ ਸਰੀਰ ਦਾ ਬਲ ਢਲ ਗਿਆ ਹੈ, ਨੇਤਰਾਂ ਦੀ ਰੌਸ਼ਨੀ ਚਲੀ ਗਈ ਹੈ, ਕੰਨਾਂ ਦਾ ਸੁਣਨਾ ਘਟ ਗਿਆ ਹੈ, ਪੈਰਾਂ ਦੇ ਵਿੱਚ ਚੱਲਣ ਦੀ ਕੋਈ ਹਿੰਮਤ ਨਹੀਂ ਹੈ, ਆਪਣੇ ਹੱਥਾਂ ਦੇ ਨਾਲ ਕੋਈ ਵਸਤੂ ਉਠਾ ਕੇ ਕਰਨ ਦਾ ਕੁਝ ਨਹੀਂ ਹੈ, ਜ਼ੁਬਾਨ ਬਿਲਕੁਲ ਢਲ ਚੁੱਕੀ ਹੈ, ਕੋਈ ਚੰਗੀ ਤਰ੍ਹਾਂ ਬੋਲ ਨਹੀਂ ਬੋਲਿਆ ਜਾਂਦਾ। ਕਹਿੰਦੇ ਹੁਣ ਇਸ ਹਾਲਤ ਨੂੰ ਦੇਖ ਕੇ ਮੇਰੀ ਕੀ ਅਵਸਥਾ ਹੈ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੈ ਕਿਆ ਕਰਸੀ ਪੀਓ। ਕਹਿੰਦੇ ਮੈਂ ਇਸ ਗੱਲ ਨੂੰ ਵਾਚ ਕੇ ਘਬਰਾ ਰਿਹਾ। ਮੇਰੇ ਅੰਦਰ ਇੱਕ ਤਰ੍ਹਾਂ ਦੀ ਇੱਕ ਸਥਿਤੀ ਐਸੀ ਪੈਦਾ ਹੋ ਗਈ ਹੈ
ਕਿ ਜਿਸ ਕੰਮ ਦੇ ਲਈ ਮੈਨੂੰ ਜੀਵਨ ਦਾ ਸਾਰਾ ਤਾਣ ਮਿਲਿਆ ਸੀ, ਉਸ ਕੰਮ ਨੂੰ ਤਾਂ ਜਰਾ ਭਰ ਵੀ ਨਹੀਂ ਕੀਤਾ, ਹੋਰ ਦੁਨਿਆਵੀ ਧੰਦਿਆਂ ਦੇ ਮਗਰ ਤਾਂ ਪਾਉਂਦੇ ਰਹੇ। ਤਾਂ ਹੁਣ ਜਦੋਂ ਮੈਂ ਆਪਣੇ ਪਿਰ ਦੇ ਦੁਆਰ 'ਤੇ ਜਾਵਾਂਗਾ ਤਾਂ ਜੋ ਮੈਨੂੰ ਬਲ ਸਮਰੱਥਾਵਾਂ ਮਿਲੀਆਂ ਸੀ, ਉਹਨਾਂ ਦਾ ਜਿਹੜਾ ਠੀਕ ਪ੍ਰਯੋਗ ਜਾਂ ਆਦਰਸ਼ਾਤਮਕ ਪ੍ਰਯੋਗ ਨਹੀਂ ਕਰ ਸਕਿਆ ਤਾਂ ਮੇਰੀ ਕੀ ਹਾਲਤ ਹੋਏਗੀ। ਫਿਰ ਅੱਗੇ ਚੇਤਨ ਕਰਦੇ ਨੇ, ਰਹਿਣ ਗਈ ਮਤ ਦਿਨ ਪੀ ਜਾਏ। ਕੋਈ ਨਾ ਜੇ ਰਾਤ ਬੀਤ ਗਿਆ ਗਫਲਤਾਈ ਦੇ ਵਿੱਚ, ਪਹਿਲੀਆਂ ਅਵਸਥਾਵਾਂ ਬੀਤ ਗਈਆਂ ਨੇ ਜੀਵਨ ਦੀਆਂ, ਤੇ ਇਹ ਨਾ ਬੀਤ ਜਾਣ, ਕਿਉਂਕਿ ਭਵਰ ਗਏ ਬੱਗ ਬੈਠੇ ਆਏ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਹੋਰ ਵੀ ਚੇਤਨ ਕੀਤਾ ਹੈ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਬੜਾ ਮਨੁੱਖ ਵੇਖੋ ਆਪਣੀ ਜ਼ਿੰਦਗੀ 'ਚ ਅਸੀਂ ਜਿੰਨੀਆਂ ਚੀਜ਼ਾਂ ਨੂੰ ਭੋਗਦੇ ਹਾਂ, ਚੀਜ਼ਾਂ ਦੇ ਵਾਸ਼ਨਾ ਵਾਲੇ ਰਸ ਖਤਮ ਨਹੀਂ ਹੁੰਦੇ, ਮਨੁੱਖ ਥੱਕ ਜਾਂਦਾ ਹੈ। ਭਰਤਰੀ ਹਰੀ ਦਾ ਨਾ ਵੈਰਾਗ ਸ਼ਤਕ ਗ੍ਰੰਥ ਹੈ, ਜ਼ਰੂਰ ਪੜ੍ਹਨਾ ਚਾਹੀਦਾ। ਉਹਦੇ ਵਿੱਚ ਕਿਉਂਕਿ ਉਹ ਬਹੁਤ ਵੱਡਾ ਰਾਜਾ ਸੀ, ਉਹਨੇ ਆਪਣਾ ਤਿਆਗ ਕੀਤਾ, ਬੜਾ ਸਮਾਂ ਵੈਰਾਗੀ ਜੀਵਨ ਜੀਵਿਆ ਅੰਤ ਤੱਕ, ਬਹੁਤ ਵੱਡਾ ਉਹਦਾ ਅਨੁਭਵ ਹੈ। ਉਹਨੇ ਵੈਰਾਗ ਸ਼ਤਕ ਲਿਖਿਆ ਹੈ। ਤਾਂ ਇੱਕ ਤਾਂ ਹੁੰਦਾ ਨਾ ਕਿ ਜਿਹੜੇ ਆਮ ਸਧਾਰਨ ਘਰਾਂ 'ਚੋਂ ਭਗਤ ਪੈਦਾ ਹੋ ਜਾਂਦੇ, ਅਸੀਂ ਸਮਝਦੇ ਹਾਂ ਕਿ ਸ਼ਾਇਦ ਦੁਨਿਆਵੀ ਲੋੜਾਂ ਨਹੀਂ ਪੂਰੀਆਂ ਹੋਈਆਂ, ਕੋਈ ਵੱਡਾ ਮੁਕਾਮ ਨਹੀਂ ਮਿਲਿਆ, ਨਿਰਾਸ਼ ਹੋ ਕੇ ਭਗਤੀ ਵਾਲੇ ਪਾਸੇ ਲੱਗ ਪਏ। ਐਸਾ ਨਹੀਂ, ਭਰਤਰੀ ਹਰੀ ਬਹੁਤ ਵੱਡਾ ਰਾਜਾ ਸੀ, ਉਹਨੇ ਆਪਣੇ ਰਾਜ ਦਾ ਤਿਆਗ ਕੀਤਾ ਅਤੇ ਵੈਰਾਗ ਸ਼ਤਕ ਗ੍ਰੰਥ ਲਿਖਿਆ। ਉਹਦੇ ਵਿੱਚ ਵੀ ਉਹਨੇ ਆਪਣੇ ਜੀਵਨ ਦਾ ਇੱਕ ਅਨੁਭਵ ਲਿਖਿਆ। ਸ਼ਲੋਕ ਦਾ ਅਰਥ ਆਪ ਦੇ ਸਨਮੁਖ ਰੱਖਾਂ। ਉਹਨੇ ਕਿਹਾ, ਕਹਿੰਦਾ, ਹੇ ਤ੍ਰਿਸ਼ਨਾ, ਜਦੋਂ ਰਾਜ ਭਾਗ ਸੀ ਉਦੋਂ ਰਾਜ ਭਾਗ ਵਧਾਉਣ ਦੀ ਤੂੰ ਮੇਰੇ ਮਗਰ ਲੱਗੀ ਰਹੀ। ਮੈਂ ਰਾਜਾ ਹੋ ਕੇ ਵੀ ਤੇਰਾ ਗੁਲਾਮ ਰਿਹਾ ਕਿ ਮੇਰਾ ਰਾਜ ਬੜੀ ਦੂਰ ਦੂਰ ਤੱਕ ਚਲੇ ਜਾਵੇ। ਕਹਿੰਦਾ ਬੜੇ ਰਾਜ ਵਧਾਉਣ ਦੇ ਲਈ ਬੜੀਆਂ ਲੜਾਈਆਂ ਕੀਤੀਆਂ, ਬੜਿਆਂ ਦਾ ਹੱਕ ਦਬਾਏ ਤਾਂ ਕਿ ਮੇਰਾ ਪਸਾਰਾ ਵੱਧ ਜਾਏ। ਤ੍ਰਿਸ਼ਨਾ ਨੂੰ ਸੰਬੋਧਨ ਹੋ ਰਿਹਾ ਭਰਤਰੀ ਹਰੀ। ਕਹਿੰਦਾ ਰਾਜ ਛੱਡਿਆ ਕਿ ਤਾਂ ਤੇਰਾ ਮਗਰੋਂ ਖਹਿੜਾ ਲੈ ਜਾਏ। ਤ੍ਰਿਸ਼ਨਾ ਨੂੰ ਆਖਦੇ ਨੇ ਭਰਤਰੀ ਹਰੀ। ਕਹਿੰਦੇ ਰਾਜ ਛੱਡਿਆ, ਵੈਰਾਗੀ ਜੀਵਨ ਅਪਣਾਇਆ, ਜੰਗਲ ਦੇ ਵਿੱਚ ਆਇਆ, ਕੁਝ ਵੀ ਪਾਸ ਨਹੀਂ ਰੱਖਿਆ ਇੱਕ ਸਰੀਰ ਦੇ ਬਸਤਰਾਂ ਤੋਂ ਇਲਾਵਾ। ਹੈਰਾਨਗੀ ਦੀ ਗੱਲ, ਤ੍ਰਿਸ਼ਨਾ ਤੂੰ ਹੁਣ ਇੱਥੇ ਆ ਕੇ ਵੀ ਪਕੜ ਗਈ ਹੈ। ਜਿਹਨੂੰ ਛੱਡ ਆਇਆ ਹਾਂ ਉਹਦੀ ਸਿਮਰਤੀ ਫਿਰ ਮੇਰੇ ਅੰਦਰ ਚੱਲ ਰਹੀ ਹੈ। ਬੜੇ ਤਰ੍ਹਾਂ ਦੇ ਤਪ ਕਰਕੇ ਤੈਨੂੰ ਕੱਢਣ ਦਾ ਯਤਨ ਕੀਤਾ, ਹੁਣ ਤੂੰ ਇੱਥੇ ਵੀ ਨਹੀਂ ਟਿਕੀ, ਹੁਣ ਤੂੰ ਅੱਗੇ ਚਲੀ ਗਈ ਹੈ। ਹੁਣ ਭਗਤੀ ਕਰਕੇ ਸੁਰਗ ਦੀ ਕਾਮਨਾ ਪੈਦਾ ਹੋ ਗਈ ਹੈ। ਇਹ ਤ੍ਰਿਸ਼ਨਾ ਤੂੰ ਮੇਰਾ ਕਦੋਂ ਖਹਿੜਾ ਛੱਡੇਂਗੀ? ਭਗਤ ਭਰਤਰੀ ਹਰੀ ਆਖਦੇ। ਫਿਰ ਵਾਸ਼ਨਾ ਨੂੰ ਵੀ ਸੰਬੋਧਨ ਹੋ ਕੇ ਆਖਦੇ ਨੇ ਕਿ ਦੁਨੀਆ ਇਹ ਵਾਸ਼ਨਾ, ਮੈਂ ਸਮਝਿਆ ਤੂੰ ਅੱਗ ਦੀ ਤਰ੍ਹਾਂ ਹੈ। ਮੈਂ ਆਪਣੀਆਂ ਅੱਖਾਂ ਦੀ ਸਾਰੀ ਰੌਸ਼ਨੀ ਤੈਨੂੰ ਅਰਪਣ ਕਰ ਦਿੱਤੀ, ਮਤਲਬ ਕਾਮ ਦੇ ਸਹਿਤ ਹੋ ਕੇ ਦੇਖਣਾ ਸਾਰੀ ਜ਼ਿੰਦਗੀ ਕਰ ਦਿੱਤਾ। ਕੰਨਾਂ ਨਾਲ ਗਲਤ ਸੁਣਨਾ, ਜ਼ੁਬਾਨ ਦੇ ਨਾਲ ਕਥਨ, ਸਰੀਰ ਦੇ ਨਾਲ ਸਾਰੇ ਮੰਦ ਕਰਮ ਕਰ ਦਿੱਤੇ। ਪਰ ਹੇ ਵਾਸਨਾ, ਤੂੰ ਅਜੇ ਵੀ ਜਵਾਨ ਦੀ ਜਵਾਨ ਹੈ। ਮੈਂ ਸੋਚਿਆ ਕਿ ਤੈਨੂੰ ਭੋਗਦਾ ਜਾਵਾਂਗਾ। ਅੱਜ ਮੈਂ ਇਸ ਅਨੁਭਵ 'ਤੇ ਪੁੱਜਿਆ ਹਾਂ ਕਿ ਭੋਗ ਨਹੀਂ ਮੁੱਕੇ, ਭੋਗਣ ਵਾਲਾ ਮੁੱਕ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੰਸ ਉੱਡਿਓ ਤਨ ਗਾਡਿਓ। ਹੁਣ ਇਹਦੇ ਵਿੱਚ ਸਮੱਸਿਆ ਕੀ ਹੈ? ਜੀਵਨ ਭਰ ਜਿਹੜੀ ਸਿਮਰਤੀ ਦੇ ਵਿੱਚ ਬੰਦਾ ਜੀਵਿਆ ਹੈ, ਉਹ ਸਿਮਰਤੀ ਉਹਦੇ ਮਨ ਮਸਤਕ 'ਤੇ ਛਾਈ ਰਹੇਗੀ। ਹੁਣ ਤੁਸੀਂ ਜਿਤਨਾ ਮਰਜ਼ੀ ਯਤਨ ਅਸੀਂ ਸਾਰੇ ਕਰ ਲਈਏ, ਅਸੀਂ ਆਪਣੇ ਘਰ ਦੀ ਜੋ ਵੀ ਹੁਣ ਤੱਕ ਸਾਡੀ ਅੰਦਰ ਪਕੜ ਬਣਾ ਚੁੱਕਾ ਹੈ ਉਹਨੂੰ ਨਹੀਂ ਕੱਢ ਸਕਦੇ। ਜੇ ਕੱਢਣ ਦਾ ਯਤਨ ਕਰਾਂਗੇ ਤਾਂ ਬੜਾ ਲੰਮਾ ਅਭਿਆਸ ਕਰਨਾ ਪਏਗਾ। ਰੋਜ਼ਾਨਾ ਆਪਣੀਆਂ ਬਿਰਤੀਆਂ ਦੇ ਉੱਪਰ ਬਹੁਤ ਧਿਆਨ ਕੇਂਦਰਿਤ ਕਰਨਾ ਪਏਗਾ। ਅਤੇ ਬਿਰਤੀਆਂ ਦਾ ਧਿਆਨ, ਜਿਵੇਂ ਹੁਣ ਕਦੇ ਆਪ ਜੀ ਸੁਨਿਆਰ ਨੂੰ ਗਹਿਣਾ ਬਣਾਉਂਦੇ ਦੇਖਿਆ ਹੋਵੇ ਨਾ, ਵੈਸੇ ਤਾਂ ਉਹ ਨੇੜੇ ਬੈਠਣ ਨਹੀਂ ਦਿੰਦੇ। ਕਈ ਦਫਾ ਕਿਤੇ ਯਤਨ ਕਰਨਾ ਬੈਠ ਕੇ ਉਹ ਕਿਵੇਂ ਗਹਿਣਾ ਬਣਾਉਂਦੇ। ਉਹ ਜਦੋਂ ਕੋਈ ਸ਼ਕਲ ਦੇ ਰਹੇ ਹੁੰਦੇ ਨੇ, ਉਹਦੇ ਵਿੱਚ ਹਵਾ ਦਾ ਵਹਾਅ ਬਿਲਕੁਲ ਬੰਦ ਰੱਖਦੇ ਨੇ, ਅਤੇ ਜਿਹੜੀਆਂ ਉਹਨਾਂ ਦੀਆਂ 3-4 ਛੋਟੀਆਂ ਚਿਮਟੀਆਂ ਹੁੰਦੀਆਂ ਨੇ, ਉਹਦੇ ਵਿੱਚ ਇੱਕ ਬੜੀ ਬਰੀਕ ਹੁੰਦੀ ਹੈ। ਉਹਦੇ ਨਾਲ ਕੀ ਕਰਦੇ ਨੇ ਕਿ ਉਹ ਚੀਜ਼ ਦੇ ਬਹੁਤ, ਜਿਹੜੇ ਸੋਨੇ ਦੇ ਬਹੁਤ ਬਰੀਕ ਕਿਣਕੇ ਨੇ, ਹੌਲੀ ਹੌਲੀ ਟਿਕਾਉਂਦੇ ਨੇ, ਅਤੇ ਉਹਦੇ ਤੋਂ ਉਹਨੂੰ ਕਾਫੀ ਸਮਾਂ ਲੱਗਦਾ ਹੈ। ਮਤਲਬ ਕਿੰਨੇ ਕਿਣਕੇ ਉਹਦੇ ਨਾਲ ਜੋੜੇਗਾ ਅਤੇ ਫਿਰ ਜਾ ਕੇ ਉਹ ਗਹਿਣੇ ਦਾ ਕੋਈ ਛੋਟਾ ਜਿਹਾ ਹਿੱਸਾ ਬਣਨਾ ਹੈ। ਇਸੇ ਪ੍ਰਕਾਰ ਜਦੋਂ ਅਸੀਂ ਅਧਿਆਤਮਿਕ ਸਾਧਨਾ ਕਰਦੇ ਹਾਂ, ਮੈਂ ਗੱਲ ਕੀਤੀ ਸੀ ਕਿ ਬ੍ਰਿਤੀਆਂ ਨੂੰ ਖੋਜਣਾ ਪਏਗਾ। ਇੱਕ ਜਗ੍ਹਾ 1 ਘੰਟਾ ਇਕਾਗਰਤਾ ਨਾਲ ਬੈਠ ਗਏ, ਕਿਤੇ ਘਰ ਦੇ ਵਿੱਚ ਸਤਸੰਗ, ਕਿਤੇ ਵੀ ਬੈਠ ਗਏ, ਉੱਥੇ ਬੈਠ ਕੇ ਆਪਣੇ ਮਨ ਅੰਤਰ 'ਤੇ ਧਿਆਨ ਧਰਨਾ ਕਿ ਇਹਦੇ ਵਿੱਚ ਜਿਹੜੇ ਫੁਰਨੇ ਆ ਰਹੇ ਹਨ, ਜਿਵੇਂ ਇੱਥੇ ਬੈਠਿਆਂ ਫੁਰਨਾ ਆ ਸਕਦਾ ਕਿ ਚਲੀਏ ਘਰ ਨੂੰ ਹੁਣੇ ਹੀ, ਇਸ ਤਰ੍ਹਾਂ ਦੇ ਫੁਰਨੇ ਕਿਹੜੇ ਮਨ ਅੰਦਰ ਚੱਲ ਰਹੇ ਨੇ, ਉਹ ਫਿਰ ਫੁਰਨੇ ਨੂੰ ਪਕੜਨਾ। ਫਿਰ ਫੁਰਨਾ ਕਿਸੇ ਬਿਰਤੀ ਵਿੱਚੋਂ ਪੈਦਾ ਹੋ ਰਿਹਾ ਹੈ। ਬਿਰਤੀ ਦਾ ਮਤਲਬ ਹੈ ਜਿਹੜੀ ਚੀਜ਼ ਨੂੰ ਦੇਖਿਆ ਨਾ, ਜਿਵੇਂ ਕੱਲ੍ਹ ਅਸੀਂ ਕਿਸੇ ਚੀਜ਼ ਨੂੰ ਦੇਖਿਆ ਨਜ਼ਰ ਭਰ ਕੇ ਜਾਂ ਕੁਝ 15-20 ਸੈਕਿੰਡ ਦੇ ਲਈ,
ਉਹਨੇ ਸਾਡੇ ਚਿੱਤ ਉੱਪਰ ਅਸਰ ਪਾਇਆ ਅਤੇ ਚਿੱਤ ਕਰਕੇ ਬਿਰਤੀ ਬਣੀ ਅਤੇ ਬਿਰਤੀ ਕਰਕੇ ਫੁਰਨਾ ਬਣਦਾ ਅਤੇ ਫੁਰਨੇ ਕਰਕੇ ਵਿਕਲਪ ਬਣਦਾ ਅਤੇ ਵਿਕਲਪ ਕਰਕੇ ਅਵਗੁਣ ਬਣਦਾ ਅਤੇ ਅਵਗੁਣ ਕਰਕੇ ਪਾਪ ਬਣਦਾ ਅਤੇ ਪਾਪ ਕਰਕੇ ਅਪਰਾਧ ਬਣਦਾ। ਇਸੇ ਪ੍ਰਕਾਰ ਇੰਨੀ ਦੀਰਘ ਖੋਜ ਬੰਦੇ ਨੂੰ ਆਪਣੀ ਪਹਿਲਾਂ ਫੁਰਨੇ ਪਕੜਨੇ ਆਉਣ, ਫਿਰ ਫੁਰਨਿਆਂ ਦੀ ਬਿਰਤੀ ਪਕੜਨੀ ਆਵੇ ਅਤੇ ਫਿਰ ਬਿਰਤੀ ਜੀਵਨ ਦੇ ਕਿਸ ਹਿੱਸੇ ਵਿੱਚ ਪਈ ਹੋਈ ਹੈ ਉਹਦੀ ਖੋਜ ਕਰਕੇ ਅਤੇ ਉੱਥੇ ਸ਼ਬਦ ਦਾ ਵਾਸ ਕਰਨਾ ਪਵੇ। ਇਹ ਮਨੁੱਖ ਨੂੰ ਆਪਣੇ ਜੀਵਨ ਦੀ ਸਾਧਨਾ ਕਰਨੀ ਪੈਂਦੀ ਹੈ। ਪਰ ਗੱਲ ਕੀ ਹੈ ਕਿ ਮਨੁੱਖ ਬਹੁਤ ਕੁਝ, ਇਸ ਕਰਕੇ ਮਨੁੱਖ ਬਾਹਰਮੁਖੀ ਜੀਵਨ ਜਿਉਂਦਾ ਹੈ। ਹੁਣ ਕਿਤਨੇ ਜਿਵੇਂ ਦੇਖਣ ਜਿਵੇਂ ਸਮੇਂ ਦੇ ਵਿੱਚ ਲੋਕਾਂ ਨੂੰ ਘਰ ਦੇ ਵਿੱਚ ਕੈਦ ਰਹਿਣਾ ਪਿਆ। ਇੱਕ ਤਾਂ ਉਹਦਾ ਕਾਰਨ ਸੀ ਕਿ ਤੁਹਾਡੀ ਸਿਹਤ ਬਚ ਜਾਏ, ਇਸ ਕਰਕੇ ਘਰ ਰਹੋ। ਜਿਹੜੇ ਘਰ ਵਿੱਚ ਰਹਿ ਕੇ ਔਖੇ ਸਨ ਉਹਨਾਂ ਦਾ ਕਾਰਨ ਕੀ ਸੀ ਕਿ ਉਹ ਘਰ ਦੀ ਚਾਰ ਦੀਵਾਰੀ ਸਤਾਉਣ ਲੱਗ ਪਈ ਹੈ। ਜਿਸ ਘਰ ਦੇ ਵਿੱਚ ਭੋਜਨ ਪਾਣੀ ਸੁੱਖ ਆਰਾਮ ਦੀਆਂ ਸਹੂਲਤਾਂ ਮਿਲਦੀਆਂ ਨੇ, ਕਿਉਂ ਹੁਣ ਉਹ ਕਾਹਲੀ ਪੈਣ ਦੇ ਕਾਰਨ ਕੀ ਹਨ, ਬਾਹਰ ਜਾਣ ਦੇ। ਉਹਦਾ ਮਤਲਬ ਪਤਾ ਕੀ ਹੈ ਕਿ ਦੇਖਣ ਦੀ ਚਾਹਤ ਹੈ, ਘੁੰਮਣ ਦੀ ਚਾਹਤ ਹੈ, ਚੱਖਣ ਦੀ ਚਾਹਤ ਹੈ, ਉਹ ਜਿਹੜੀ ਗੱਲਬਾਤ ਕਰਨ ਦੇ ਜਿਹੜੇ ਨਿੰਦਿਆ ਵਾਲੇ ਰਸ ਨੇ ਉਹਨਾਂ ਦੀ ਚਾਹਤ ਹੈ। ਉਹ ਚਾਹਤ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਉਂਝ ਵੀ ਤਾਂ ਹੁਣ ਜਿਵੇਂ ਕੈਦੀ ਵੀ ਤਾਂ ਜੇਲ੍ਹ ਦੇ ਵਿੱਚ ਕਈ ਸਾਲ ਰਹਿੰਦਾ ਹੈ, ਪਰ ਉਹਨੂੰ ਚਲੋ ਕਿਸੇ ਜ਼ਾਬਤੇ ਵਿੱਚ ਪਾਇਆ ਜਾਂਦਾ ਹੈ। ਤਾਂ ਇਸੇ ਪ੍ਰਕਾਰ ਅਸੀਂ ਜੀਵਨ ਦੇ ਵਿੱਚ ਜੋ ਦੇਖਦੇ ਹਾਂ, ਇਸ ਕਰਕੇ ਇਹ ਨਾ ਸਮਝ ਲੈਣਾ ਕਿ ਜੀ ਮੈਂ ਕਥਾ ਸੁਣਦਾ ਜਾਂ ਕੀਰਤਨ ਸੁਣਦਾ ਅਤੇ ਮੇਰੀ ਸਾਧਨਾ ਪੂਰੀ ਹੈ। ਇਹ ਧਰਮ ਦਾ ਅਮਲ ਸਮੁੱਚਾ ਹੀ ਪਾਉਣਾ ਪੈਂਦਾ ਹੈ। ਇਹਨੂੰ ਜੇ ਵਿਕੋ ਲਿੱਤਰਾ ਜਿਹਾ ਕਰ ਦਈਏ ਤਾਂ ਉਹ ਗੱਲ ਬਣਦੀ ਨਹੀਂ। ਫਿਰ ਸਾਰਾ ਦਿਨ ਆਪਣੇ ਚਿੱਤ ਬ੍ਰਿੱਤੀ ਨੂੰ ਸਾਵਧਾਨ ਰੱਖਣਾ। ਫਿਰ ਅਸੀਂ ਵਾਕ ਪੜ੍ਹਦੇ ਨਾ ਅਕਸਰ ਹੀ, ਸਾਵਧਾਨ ਏਕਾਗਰ ਚੀਤ। ਸਾਵਧਾਨ ਦਾ ਮਤਲਬ ਕੀ ਹੈ ਕਿ ਇਹਨਾਂ ਫੁਰਨਿਆਂ ਨੇ ਦਖਲ ਦੇਣਾ ਹੀ ਦੇਣਾ ਹੈ, ਪਰ ਜਿਹੜਾ ਤੂੰ ਸਵੇਰੇ ਗਿਆਨ ਦਾ ਉਪਦੇਸ਼ ਦ੍ਰਿੜ ਕੀਤਾ ਤੂੰ ਉੱਥੇ ਟਿਕੇ ਰਹਿਣਾ ਹੈ। ਜਿਵੇਂ ਮਤਲਬ ਕਈ ਵਾਰੀ ਕਿਸੇ ਨੂੰ ਮਾਇਆ ਦਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਲਾਲਚ ਨੇ ਸਾਨੂੰ ਪਹਿਲਾਂ ਨਾਲੋਂ ਵੀ ਖੁਆਰ ਕਰ ਦੇਣਾ ਹੈ, ਇਸ ਕਰਕੇ ਉਹ ਜਿੰਨਾ ਮਰਜ਼ੀ ਉਹਨਾਂ ਨੂੰ ਭਰਮਾਉਣ ਉਹ ਨਹੀਂ ਭਰਮਦੇ। ਇਸੇ ਪ੍ਰਕਾਰ ਜਿਹੜਾ ਸਵੇਰੇ ਗੁਰੂ ਦੇ ਸ਼ਬਦ ਦਾ ਉਪਦੇਸ਼ ਸੁਣਿਆ ਹੈ ਉਹਨੂੰ ਆਪਣੀ ਬੁੱਧੀ ਨੂੰ ਪ੍ਰਮੁੱਖ ਰੱਖਣਾ, ਜਿਹਦੇ ਵਿੱਚ ਉਪਦੇਸ਼ ਸਰਵਣ ਕਰਕੇ ਸਮਝਿਆ ਹੈ। ਕਿਉਂਕਿ ਮਨ ਦਾ ਦਖਲ ਅੰਦਰ ਪੈਦਾ ਹੋਣਾ ਅਤੇ ਮਨ ਦੇ ਦਖਲ ਨੂੰ ਬਾਰ-ਬਾਰ ਜਦੋਂ ਇਸ ਤਰ੍ਹਾਂ ਦੀ ਸਾਧਨਾ ਚੱਲੇਗੀ ਤਾਂ ਫਿਰ ਜੀਵਨ ਦੇ ਵਿੱਚ ਕੁਝ ਕੁ ਹਿੱਸੇ ਸ਼ਵੱਛ ਰਹਿਣਗੇ। ਹੁਣ ਕੋਈ ਸਾਨੂੰ ਪੁੱਛ ਲਏ ਸਾਡੀਆਂ ਅੱਖਾਂ 'ਤੇ ਭਾਰ ਹੈ, ਅਸੀਂ ਕਹਾਂਗੇ ਨਹੀਂ। ਕਿਸੇ ਨੂੰ ਕਹੀਏ ਸਾਡੇ ਕੰਨ ਮੈਲੇ ਨੇ, ਕੋਈ ਕਹੇਗਾ ਜੀ ਨਹੀਂ ਮੈਂ ਤਾਂ ਬਿਲਕੁਲ ਇਸ਼ਨਾਨ ਕੀਤਾ ਹੋਇਆ। ਕਿਸੇ ਨੂੰ ਕਹਾਂਗੇ ਰਸਨਾ ਮੈਲੀ ਹੈ, ਮਲੀਨ ਹੈ, ਉਹ ਕਹੇਗਾ ਜੀ ਨਹੀਂ। ਪਰ ਭਗਤ ਜੇ ਗੁਰੂ ਦੇ ਦ੍ਰਿਸ਼ਟੀਕੋਣ ਅਨੁਸਾਰ ਨਹੀਂ ਜੀਵਨ ਜੀਵਿਆ ਤਾਂ ਨੇਤਰ ਦੇਖ ਕੇ ਮਲੀਨ ਹੀ ਹੁੰਦੇ ਹਨ, ਕਿਉਂਕਿ ਉਹਨੂੰ ਕੋਈ ਚਿੱਤ ਬ੍ਰਿੱਤੀ ਦੀ ਖੋਜ ਨਹੀਂ ਹੈ। ਤਾਂ ਹੁਣ ਜਦੋਂ ਇਸ ਤਰ੍ਹਾਂ ਦਾ ਜੀਵਨ ਕੀਤਾ ਹੈ, ਸੰਸਾਰ ਦੀ ਤਰਫ ਜੀਵਨ ਜੀਵਿਆ ਹੈ ਅਤੇ ਸਰੀਰ ਦੀ ਸੁੱਧ ਵਿਸਾਰ ਛੱਡੀ, ਮਰਨਾ ਵੀ ਵਿਸਾਰ ਛੱਡਿਆ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨਾ, ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ। ਕਹਿੰਦੇ ਮਾਇਆ ਦੇ ਪ੍ਰਭਾਵ ਮੈਂ ਤੇਰੇ ਤੋਂ ਹੋਰ ਹੈਰਾਨ ਹਾਂ ਕਿ ਸਾਰਾ ਕੁਝ ਥੱਕ ਗਿਆ, ਅਜੇ ਵੀ ਚਾਹਤ ਨਹੀਂ ਮੁੱਕੀ। ਹੁਣ ਕਈ ਵਾਰੀ ਮਤਲਬ ਇਸ ਤਰ੍ਹਾਂ ਦੇ ਦੇਖੀਦਾ ਜੀਵਨ ਦੇ ਵਿੱਚ, ਕਿਉਂਕਿ ਜੇ ਤੁਸੀਂ ਗੁਰਬਾਣੀ ਦਾ ਅਨੁਭਵ ਸੱਚ ਰੂਪ ਦੇ ਰੀਅਲਿਸਟਿਕ ਨੁਕਤੇ ਤੋਂ ਨਹੀਂ ਹੰਡਾਉਂਦੇ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ। ਮੈਂ ਕਈ ਵਾਰੀ ਵਿਆਹ ਸਮਾਗਮਾਂ 'ਤੇ ਦੇਖਿਆ ਬਜ਼ੁਰਗ ਬੜੀ ਚਾਹਨਾ ਰੱਖਦੇ ਨੇ ਸਟੇਜ ਦੇ ਅੱਗੇ ਬੈਠਣ ਦੀ। ਇੱਕ ਨੁਕਤੇ ਤਾਂ ਚਲੋ ਹੋ ਸਕਦਾ ਉਹ ਆਪਣੇ ਕਿਸੇ ਕਾਮ ਦੇ ਰਸ ਦੀ ਪੂਰਤੀ ਕਰ ਰਿਹਾ ਹੋਵੇ, ਪਰ ਦੇਖ ਕੇ ਆਪਣੇ ਆਪ ਨੂੰ ਡਰ ਆਉਣ ਲੱਗ ਪੈਂਦਾ, ਆਪਣੇ ਆਪ ਨੂੰ ਕੰਬਣੀ ਛਿੜ ਜਾਂਦੀ ਹੈ ਕਿ ਕਿਤੇ ਮਾਇਆ ਐਸੀ ਹਾਲਤ ਨਾ ਕਰ ਦੇਈ ਕਿ ਨੇਤਰਾਂ ਦੇ ਵਿੱਚ ਸ਼ਕਤੀ ਨਹੀਂ ਰਹੀ, ਪਰ ਵਾਸ਼ਨਾ ਨੇ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਨੇੜੇ ਆ ਕੇ ਦੇਖ ਰਿਹਾ ਕਿ ਕਿਸੇ ਤਰ੍ਹਾਂ ਦ੍ਰਿਸ਼ ਸਪਸ਼ਟ ਹੋ ਜਾਏ ਅਤੇ ਜਿਹੜੀ ਕਾਮ ਦੀ ਮਾਨਸਿਕ ਖੁਰਾਕ ਚਾਹੀਦੀ ਹੈ ਉਹ ਮੈਨੂੰ ਪ੍ਰਾਪਤ ਹੋ ਜਾਏ। ਦੇਖੀਦਾ ਜੀਵਨ। ਇਸ ਕਰਕੇ ਜੀਵਨ ਜੇ ਮਨੁੱਖ ਜਾਗਿਆਂ ਵਾਲਾ ਜਿਉਂ ਰਿਹਾ ਹੋਵੇ ਫਿਰ ਨਹੀਂ ਸੌਖਾ। ਜੇ ਸੁੱਤਿਆਂ ਵਾਲਾ, ਜਿਵੇਂ ਮਨੁੱਖ ਸੁੱਤਾ ਹੁੰਦਾ ਹੈ, ਉਹਦੀ ਮੰਜੀ ਥੱਲੇ ਸੱਪ ਹੋਵੇ ਉਹਨੂੰ ਕੋਈ ਡਰ ਨਹੀਂ, ਸੁੱਤਾ ਹੋਇਆ ਹੈ। ਜੇ ਜਾਗਿਆ ਹੋਇਆ ਨਿੱਕੇ ਥੋੜ੍ਹਾ ਜਿਹਾ ਕੋਈ ਹਲਕਾ ਫੁਲਕਾ ਕੀੜਾ ਵੀ ਛੋਟਾ ਜਿਹਾ ਆ ਜਾਏਗਾ ਉਹਨੂੰ ਸਹਿਮ ਪੈਦਾ ਹੋ ਜਾਂਦਾ ਹੈ। ਇਸ ਕਰਕੇ ਜਿੰਨਾ ਚਿਰ ਸੁੱਤੇ ਆ ਕੋਈ ਨਹੀਂ ਕਾਲ ਦਾ ਡਰ, ਕੋਈ ਨਹੀਂ ਮੌਤ ਦਾ, ਕੋਈ ਨਹੀਂ ਵਿਸ਼ਿਆਂ ਵਿਕਾਰਾਂ ਦਾ। ਜਦੋਂ ਜਾਗਾਂਗੇ ਉਦੋਂ ਜੀਵਨ ਦੀ ਹਾਲਤ ਪਤਾ ਲੱਗੇਗੀ। ਤਾਂ ਇਸੇ ਪ੍ਰਕਾਰ ਹੁਣ ਜੀਵਨ ਦੇ ਵਿੱਚ ਦਖਲ ਪੈਦਾ ਕੀਤਾ ਹੈ, ਬਹੁਤ ਜ਼ਿਆਦਾ ਦੇਖ ਕੇ ਵਾਸਨਾ ਦਾ ਦਖਲ ਪੈਦਾ ਕਰ ਲਿਆ। ਹੁਣ ਕੀ ਚੱਲਦਾ ਹੈ ਜਿਹੜਾ ਮੈਂ ਆਪਣੇ ਨਿਰਣੇ ਦੇ ਵਿੱਚੋਂ ਸਮਝਿਆ, ਕੁਝ ਅਧਿਐਨ ਦੇ ਵਿੱਚੋਂ, ਮਨੁੱਖ ਦੇ ਕੋਲ ਅੰਤਮ ਸਮੇਂ 4 ਚੀਜ਼ਾਂ ਰਹਿ ਜਾਂਦੀਆਂ ਨੇ। ਜਿਹੜੇ ਬੰਦੇ ਮਰਨ ਲੱਗਦੇ ਨੇ, ਮਰਨ ਤੋਂ ਪਹਿਲਾਂ ਜਿਹੜੇ 2 ਸਾਹ ਹੁੰਦੇ ਨੇ, ਕੇਵਲ 4 ਚੀਜ਼ਾਂ ਹੁੰਦੀਆਂ। ਕਿਉਂ ਉਹ ਕਿਵੇਂ ਹੁੰਦੀਆਂ ਨੇ? ਉਹਦੇ ਵੀ ਕੋਈ ਕਾਰਨ ਨੇ। 4 ਚੀਜ਼ਾਂ ਕੀ ਹੁੰਦੀਆਂ ਨੇ? ਸਭ ਤੋਂ ਪਹਿਲਾਂ ਦੁਨਿਆਵੀ ਸੰਬੰਧਾਂ ਦਾ ਆਕਰਸ਼ਣ ਹੁੰਦਾ ਹੈ, ਕਿਉਂਕਿ ਸਾਰੀ ਜ਼ਿੰਦਗੀ ਇਹਨਾਂ ਦੀ ਪ੍ਰਤੀਤ ਵਿੱਚ ਰਿਹਾ ਹੈ। ਬੁਖਾਰ ਹੋਇਆ, ਪਰਿਵਾਰ ਵਾਲੇ ਹਸਪਤਾਲ ਲੈ ਗਏ,
ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਪਰਿਵਾਰ ਵੇਲੇ ਮਦਦ ਕਰਦੇ ਰਹੇ। ਇਸ ਕਰਕੇ ਉਹਨਾਂ ਦਾ ਸਭ ਤੋਂ ਪਹਿਲਾਂ ਨਕਸ਼ ਅੰਦਰ ਬਣਿਆ ਰਹਿੰਦਾ ਪਹਿਲਾ। ਦੂਜਾ ਹੈ ਪਦਾਰਥਾਂ ਦੇ ਆਕਾਰ ਬਣੇ ਰਹਿੰਦੇ ਨੇ ਜਿਹੜੇ ਆਪ ਸੰਚੇ ਨੇ, ਜਿਵੇਂ ਘਰ ਮਹਿਲ ਸੰਪੱਤੀ ਆਦਿਕ ਬਣਾਈ ਹੈ, ਉਹ ਛਾਇਆ ਰਹਿੰਦਾ ਹੈ। ਤੀਜਾ ਆਪਣੇ ਜੀਵਨ ਦੇ ਜਿਹੜਾ ਸਾਰਾ ਕੁਝ ਜੀਵਨ ਜਿਵੇਂ ਜੀਵਿਆ ਹੁੰਦਾ ਹੈ, ਉਹਦੇ ਜਿਹੜੇ ਕਰਮ ਕੀਤੇ ਚਾਹੇ ਚੰਗੇ ਮੰਦੇ ਉਹਨਾਂ ਦੀ ਸਿਮਰਤੀ ਕੋਲ ਹੁੰਦੀ ਹੈ। ਅਤੇ ਜਿਹੜਾ ਚੌਥਾ ਹੁੰਦਾ ਹੈ ਉਹ ਹੁੰਦਾ ਮ੍ਰਿਤੂ ਦਾ ਡਰ। ਮ੍ਰਿਤੂ ਦਾ ਡਰ ਤੋਂ ਪ੍ਰਭਾਵ ਤੋਂ ਹਟਾਉਣ ਦੇ ਲਈ ਕਦੀ ਇਹਨਾਂ ਚੀਜ਼ਾਂ ਨੂੰ ਵਾਚਣਾ ਬਣਦਾ ਹੈ। ਮੈਂ ਦੇਖਿਆ ਮਰਨ ਸਮੇਂ ਬੰਦਾ ਮੰਗ ਕਰਦਾ ਮੇਰੇ ਸੰਬੰਧੀ ਮੇਰੇ ਨੇੜੇ ਹੋਣ। ਕਿਉਂ ਮੰਗ ਕਰਦਾ? ਕਦੀ ਸੋਚਿਆ ਇਸ ਗੱਲ ਨੂੰ? ਉਹ ਇਸ ਕਰਕੇ ਮੰਗ ਕਰਦਾ ਹੈ ਕਿਉਂਕਿ ਮ੍ਰਿਤੂ ਦਾ ਡਰ ਉਹਦੇ ਅੰਦਰ ਵਾਪਰ ਰਿਹਾ ਅਤੇ ਉਹ ਸਮਝਦਾ ਕਿ ਇਸ ਡਰ ਨੂੰ ਵੀ ਸੰਬੰਧੀਆਂ ਦੇ ਨਾਲ ਕਰ ਲਵਾਂਗਾ। ਮੈਨੂੰ ਆਪਣੇ ਕਿਸੇ ਨਿਕਟ ਵਰਤੀ ਦਾ ਚੇਤਾ ਹੈ, ਉਹਨੇ ਕਹਿ ਦਿੱਤਾ ਸੀ ਕਿ ਮੇਰਾ ਹੱਥ ਪਕੜ ਕੇ ਰੱਖ, ਮੈਨੂੰ ਕੋਈ ਲੈਣ ਆ ਰਿਹਾ। ਉਹਦਾ ਮਤਲਬ ਕੀ ਸੀ ਕਿ ਮ੍ਰਿਤੂ ਦਾ ਡਰ ਉਹਦੇ ਅੰਦਰ ਵਾਪਰ ਰਿਹਾ ਹੈ ਅਤੇ ਹੁਣ ਜ਼ਿੰਦਗੀ ਭਰ ਦੁਨਿਆਵੀ ਸੰਬੰਧਾਂ ਦੇ ਮੁਤਾਹਤ ਜੀਵਿਆ ਅਤੇ ਉਹ ਕਹਿੰਦਾ ਪਕੜ ਲੈ, ਸ਼ਾਇਦ ਤੇਰੇ ਪਕੜਨ ਨਾਲ ਹੀ ਮੇਰੀ ਮੌਤ ਦਾ ਡਰ ਹੱਲ ਹੋ ਜਾਏ। ਜੇ ਨਹੀਂ ਹੁੰਦਾ, ਜੇ ਇੱਥੇ ਨਾ ਹੋਵੇ, ਫਿਰ ਉਹ ਪਦਾਰਥ ਨੂੰ ਮੁੱਖ ਰੱਖ ਲੈਂਦਾ ਹੈ। ਤਾਂ ਫਿਰ ਉਹ ਕਹਿ ਦਿੰਦਾ ਹੈ ਕਿ ਜੋ ਮੈਂ ਸੰਚਿਆ ਉਹ ਮੈਨੂੰ ਦਿਖਾ ਦਿਓ ਮਾੜਾ ਮਾੜਾ। ਅੰਤਮ ਸਮੇਂ ਕਈ ਬੰਦੇ ਇਹ ਵੀ ਇੱਛਾ ਕਰਦੇ ਨੇ। ਮੈਂ ਕਿਸੇ ਨੇ ਮੈਨੂੰ ਕੋਈ ਗੱਲ ਸੁਣਾਈ, ਉਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਜਿਹੜੀਆਂ ਆਪਣੀਆਂ 3-4 ਫੈਕਟਰੀਆਂ ਨੇ ਉਹੀ ਕਮਾ ਲਿਆਓ। ਮਤਲਬ ਇਸ ਤਰ੍ਹਾਂ ਦੀ ਵੀ ਜਾਗਦੀ ਹੈ। ਫਿਰ ਤੀਜੇ ਹਿੱਸੇ ਵਿੱਚ ਇਹਨਾਂ ਦੋਵਾਂ ਨੂੰ ਹੱਲ ਕਰਦਾ, ਪਰ ਇਹ ਹੁੰਦਾ ਨਹੀਂ। ਅਸੀਂ ਨਾ 12ਵਾਂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹੱਥ ਮਰੋੜੇ ਤਨ ਕਪੇ, ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ। ਇਸੇ ਪ੍ਰਕਾਰ ਉਹ ਕੀ ਹੁੰਦਾ, ਮਨੁੱਖ ਹੱਲ ਕਰਦਾ ਹੈ, ਉਹ ਨਹੀਂ ਹੁੰਦਾ। ਫਿਰ ਤੀਜੇ ਪੱਧਰ 'ਤੇ ਉਹ 2 ਪੱਧਰਾਂ ਨੂੰ ਕਰਦਾ ਹੈ, ਉਹ ਨੇੜੇ ਆ ਵੀ ਜਾਂਦੇ ਨੇ, ਸੰਬੰਧੀ ਵੀ ਨੇੜੇ ਆ ਜਾਂਦੇ ਨੇ, ਪਦਾਰਥ ਵੀ ਨੇੜੇ ਆ ਜਾਂਦਾ ਹੈ। ਪਰ ਜਿਹੜੇ ਅੰਤਰ ਕਰਮਾਂ ਦੀ, ਕਿਉਂਕਿ ਸ਼ਵੇਤਾ ਵਸਤਰ ਉਪਨਿਸ਼ਦ ਨੇ ਦੱਸਿਆ ਹੋਇਆ ਹੈ ਕਿ ਜਦੋਂ ਮਨੁੱਖ ਦੀ ਮੌਤ ਦਾ ਪਲ ਵਾਪਰਦਾ ਹੈ, ਉਸ ਪਲ ਦੇ ਵਿੱਚ ਉਹਦੀ ਸਾਰੀ ਸਿਮਰਤੀ ਜ਼ਿੰਦਗੀ ਭਰ ਦੀ ਕੁਝ ਸਕਿੰਟਾਂ ਦੇ ਵਿੱਚ ਉਹਦੇ ਅੱਗੋਂ ਲੰਘ ਜਾਂਦੀ ਹੈ। ਜਿਹੜਾ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਨਿਕੰਮੇ ਕਰਮ ਕੀਤੇ ਨਹੀਂ ਭੁੱਲ ਗਏ ਸੀ, ਉਹਨਾਂ ਨੂੰ ਸਿਮਰਤੀ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਇੱਕ ਚਿੱਤਰ ਬਣਾ ਕੇ ਬਹੁਤ ਜਲਦੀ ਕਹਿੰਦੇ ਨਿਘਾ ਲੈਂਦੀ ਹੈ। ਇਸੇ ਕਰਕੇ ਤਾਂ ਹੀ ਕਿਹਾ ਕਿ ਟੁੱਕ ਦਮ ਕਰਾਰੀ ਜਾਓ ਕਰੋ। ਉਹਦਾ ਭਾਵ ਕੀ ਹੈ ਕਿ ਜੇ ਬੰਦਾ ਇਹਦੇ ਸਾਹਮਣੇ ਜੀਵਨ ਦਾ ਚਿੱਤਰ ਚੱਲਦਾ ਹੈ, ਤਾਂ ਹੀ ਕਿਹਾ ਵੀ ਗੁਰੂ ਇੱਕ ਖਿੰਨ ਵਿੱਚ ਬਖਸ਼ ਲੈਂਦਾ ਹੈ। ਕਿਉਂਕਿ ਉਹ ਜਿਹੜਾ ਸਾਰਾ ਖੇਲ ਹੈ ਸਾਡੇ ਜੀਵਨ ਦਾ, ਜਿਹੜਾ ਇੱਕ ਖਿੰਨ ਵਿੱਚ ਅੰਤਮ ਮੌਤ ਦੇ ਪਲ ਦੇ ਸਾਡੇ ਸਾਹਮਣੇ ਚੱਲਦਾ ਹੈ, ਗੁਰੂ ਉਸ ਸਾਰੇ ਪਲ ਦਾ ਮਾਲਕ ਹੁੰਦਾ ਅਤੇ ਉਹਨੂੰ ਆਪਣੇ ਅਧੀਨ ਕਰ ਲੈਂਦਾ। ਤਾਂ ਇਸੇ ਪ੍ਰਕਾਰ ਫਿਰ ਉਹਦੇ ਕੋਲ ਤੀਜੀ ਆਪਸ਼ਨ ਬਚਦੀ ਹੈ ਕਿ ਉਹ ਆਪਣੇ ਕਰਮਾਂ ਦੀ, ਇਸ ਕਰਕੇ ਉਹ ਕਈ ਬੰਦੇ ਜਦੋਂ ਕਹਿੰਦੇ ਨੇ ਮੈਨੂੰ ਜਾਮ ਲੈਣ ਆ ਰਹੇ ਨੇ, ਉਹਦਾ ਭਾਵ ਕੀ ਹੈ ਕਿ ਜਿਹੜੇ ਕਰਮਾਂ ਨੂੰ ਇਹ ਛੱਡ ਚੁੱਕਾ ਸੀ, ਮੰਦ ਕਰਮਾਂ ਦੇ ਭਾਵ ਭੁੱਲ ਚੁੱਕਾ ਸੀ, ਉਹ ਕਰਮ ਹੁਣ ਕਿੰਨੇ ਵਿਕਰਾਲ ਹੋ ਗਏ ਨੇ, ਕਿੰਨੇ ਵਿਕਰਾਲ ਹੋ ਗਏ ਨੇ। ਅਤੇ ਉਹਨਾਂ ਦਾ ਭਿਆਨਕ ਭਾਵ, ਕਿਉਂਕਿ ਅੱਗੇ ਸੰਕਟ ਵਾਪਰ ਰਿਹਾ, ਡੁੱਬਣ ਜਾ ਰਿਹਾ ਅਤੇ ਕੋਈ ਸਹਾਰਾ ਨਹੀਂ ਹੈਗਾ, ਅਤੇ ਇਸ ਕਰਕੇ ਉਹ ਡਰ ਵਾਪਰਦਾ ਹੈ। ਇਹ 3 ਡਰ ਮਨੁੱਖ ਦੇ ਅੰਦਰ ਹੁੰਦੇ ਨੇ। ਚੌਥਾ ਹੁੰਦਾ ਮ੍ਰਿਤੂ ਦਾ ਡਰ। ਉਹ ਕਿਉਂ ਨਹੀਂ ਬੰਦੇ ਕੋਲ ਸੋਲਵ ਹੁੰਦਾ? ਇਹ ਵੀ ਬੜੀ ਵੱਡੀ ਅਧਿਆਤਮ ਦੀ ਸਮੱਸਿਆ। ਕਿਉਂ? ਕਿਉਂਕਿ ਸਰੀਰ ਦੀ ਜਿਹੜੀ ਬ੍ਰਿਤੀ ਹੈ ਉਹਦਾ ਕਦੀ ਮਨੁੱਖ ਨਿਸ਼ੇਧ ਨਹੀਂ ਕਰਦਾ। ਜਿਹੜੇ ਬੰਦੇ ਦੀ ਬਹੁਤ ਜ਼ਿਆਦਾ ਸਰੀਰਕ ਸੁੱਧ ਰਹਿੰਦੀ ਹੈ ਨਾ, ਹੁਣ ਸਰੀਰਕ ਸੁੱਧ ਦੇ ਵੀ ਕਈ ਕਾਰਨ ਨੇ, ਵਿਸਥਾਰ ਆਪਦੇ ਸਨਮੁਖ ਨਾ ਰੱਖਾ, ਸੰਖੇਪ ਜਾਂ ਕਹਿ ਦਾਂ। ਜਿਹਨੂੰ ਬੰਦੇ ਨੂੰ ਆਪਣੀ ਜ਼ੁਬਾਨ ਦੇ, ਖਾਣ ਦੇ ਅਤੇ ਪਹਿਨਣ ਦੇ ਬਹੁਤ ਜ਼ਿਆਦਾ ਸੁੱਧ ਰਹਿੰਦੀ ਹੈ, ਸਪਸ਼ਟ ਜਾਣ ਲੈਣਾ ਇਹ ਬੰਦਾ ਸਰੀਰਕ ਤਲ ਦਾ ਬਹੁਤ ਵੱਡਾ ਗੁਲਾਮ ਹੈ। ਕਿਉਂਕਿ ਸਰੀਰ ਦਾ ਕੁਝ ਨਿਸ਼ੇਧ ਇਸ ਤੋਂ ਅੱਗੇ ਜੇ ਥੋੜ੍ਹਾ ਜਾਗ ਜਾਵੇ, ਜਿਹੜਾ ਸਰੀਰ ਦੇ ਕੁਝ ਹਿੱਸੇ ਦੇ ਰੋਗਾਂ ਨੂੰ ਵੀ ਇਨਕਾਰ ਨਹੀਂ ਕਰ ਰਿਹਾ ਜਾਂ ਉਹਦੇ ਤੋਂ ਥੋੜ੍ਹਾ ਧਿਆਨ ਨਹੀਂ ਹਟਾ ਰਿਹਾ, ਉਹ ਵੀ ਸਰੀਰਕ ਤਲ ਦਾ ਹੀ ਹੈ। ਤਾਂ ਇਸੇ ਪ੍ਰਕਾਰ ਇਹਦੀ ਬ੍ਰਿਤੀ ਨੂੰ ਜੇ ਨਹੀਂ ਹਟਾਵਾਂਗੇ ਤਾਂ ਸਾਨੂੰ ਇਹੀ ਲੱਗੇਗਾ ਕਿ ਅਸੀਂ ਆਕਾਰ ਹਾਂ ਅਤੇ ਆਕਾਰ ਟੁੱਟਣਾ ਹੈ, ਕਿਉਂਕਿ ਉਹਨੂੰ ਸਾੜਾਂਗੇ, ਦੱਬਾਂਗੇ, ਕਈ ਕੁਝ ਕਰਾਂਗੇ। ਜੇ ਆਕਾਰ ਤੋਂ ਵਿੱਚੋਂ ਹੋ ਕੇ ਆਪਣੇ ਆਪ ਨੂੰ ਨਿਰਾਕਾਰ ਬਣਾ ਲਾਂਗੇ, ਜਿਵੇਂ ਐਂ ਸਮਝ ਲਓ ਕਿ ਗੁਰਬਾਣੀ 'ਚ ਵਾਕ ਕਹਿੰਦਾ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਬੰਦੇ ਨੂੰ ਕਹੀਏ ਤੂੰ ਕਿਹਦੇ ਆਧਾਰ 'ਤੇ ਜਿਉਣਾ, ਉਹ ਕਹੇਗਾ ਜੀ ਪ੍ਰਾਣ ਦੇ ਆਧਾਰ 'ਤੇ। ਅਤੇ ਕਹਾਂਗੇ ਜੀ ਪ੍ਰਾਣ ਵੀ ਮਤਲਬ ਪ੍ਰਾਣ ਤੋਂ ਪਰਾਂ ਵੀ ਕੋਈ ਚੀਜ਼ ਹੈ, ਪ੍ਰਾਣ ਤੋਂ ਪਰਾਂ ਕੀ ਜਿਹਦੇ ਕਰਕੇ ਨੇਤਰ ਚੱਲਦੇ ਨੇ, ਸਾਰਾ ਕੁਝ ਉਹ ਹੈ ਆਤਮ ਜੋਤ, ਜਿਹਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ। ਉਹਦੀ ਰੋਜ਼ਾਨਾ ਖੋਜ ਕਰਕੇ ਮਨੁੱਖ ਦੇ ਅੰਦਰ ਉਹ ਸਾਰੀ ਫੂਰਤੀ ਸਪੁਰਤ ਹੋ ਜਾਂਦੀ ਹੈ। ਹੁਣ ਅਸੀਂ ਕਦੀ ਇਹਨਾਂ ਚੀਜ਼ਾਂ ਨੂੰ ਵਰਤਿਆ, ਅਸੀਂ ਕਦੀ ਇਹਨਾਂ ਦਾ ਅਭਿਆਸ ਨਹੀਂ ਕੀਤਾ। ਇੱਕ ਨਾ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਵਾਕ ਆਉਂਦਾ ਹੈ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹ ਜੀਵਨ ਦਾ ਇੱਕ ਬੜਾ ਵੱਡਾ ਇਹ ਅਵਸਥਾ ਦਾ ਅਨੁਭਵ ਹੈ ਕਿ ਜੋਤ ਰੱਖੀ। ਉਂਝ ਇਹ ਸਰੀਰ ਜਿਵੇਂ ਕਮਰਾ ਸੀ, ਉਹਦੇ 'ਚ ਹਨੇਰਾ ਸੀ, ਬਸ ਜਦੋਂ ਇਹ ਮਾਲਕ ਨੇ ਆਪਣਾ ਆਤਮ ਜੋਤ ਦੀਵਾ ਰੱਖਤਾ, ਇਹ ਅੱਖਾਂ ਦੇਖਣ ਲੱਗ ਪਈਆਂ।
ਇਹ ਕੰਨ ਸੁਣਨ ਲੱਗ ਪਏ, ਚਮੜੀ ਛੋਹ ਦਾ ਅਨੁਭਵ ਕਰਨ ਲੱਗ ਪਈ। ਜਦੋਂ ਹੀ ਦੀਵਾ ਗੁੱਲ ਹੋ ਗਿਆ, ਅੱਖਾਂ ਵੀ ਮੁਰਦੇ ਦੇ ਸਰੀਰ 'ਚ ਅੱਖਾਂ ਵੀ ਹੁੰਦੀਆਂ ਨੇ, ਦਿਲ ਵੀ ਹੁੰਦਾ, ਸਾਰਾ ਕੁਝ ਹੁੰਦਾ ਹੈ, ਪਰ ਚੱਲਦਾ ਕਿਉਂ ਨਹੀਂ? ਇਸ ਕਰਕੇ ਉਸ ਪਰਮ ਸ਼ਕਤੀ ਦਾ ਜਿਹੜੀ ਸਰੀਰ ਦੇ ਹਰ ਹਿੱਸੇ 'ਚ ਵਰਤ ਰਹੀ ਹੈ, ਉਹਦਾ ਅਨੁਭਵ ਕਰਨਾ ਅਤੇ ਫਿਰ ਉਸ ਅਨੁਭਵ ਦੇ ਵਿੱਚ ਪੂਰੇ ਜੀਵਨ ਨੂੰ ਪਲਟਾ ਲੈਣਾ। ਜਦੋਂ ਇੱਥੇ ਜਾ ਕੇ ਮਨੁੱਖ ਪਲਟਾ ਲੈਂਦਾ ਹੈ, ਉਦੋਂ ਜਿਹੜਾ ਮੌਤ ਦਾ ਡਰ ਰਿਜ਼ੋਲਵ ਹੁੰਦਾ, ਨਹੀਂ ਤੇ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੰਸ ਉੱਡਿਓ ਤਨ ਗਾਡਿਓ। ਹੁਣ ਪਤਾ ਥੋੜ੍ਹੇ ਸਮੇਂ ਤੱਕ ਪ੍ਰਾਣ ਪੰਖੇਰੂ ਹੋ ਜਾਣੇ ਨੇ, ਕਿਉਂਕਿ ਪਤਾ ਹੁੰਦਾ ਹੈ ਜਦੋਂ ਜੀਵਨ ਦੇ ਵਿੱਚ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਤਾ ਹੈ ਹੰਸ ਉੱਡ ਜਾਏਗਾ, ਤਨ ਦੀ ਕੋਈ ਬੁਕਤ ਨਹੀਂ ਰਹਿਣੀ। ਕਹਿੰਦੇ ਸੋ ਜਾਈ ਸੈਨਾ, ਪਰਮ ਸੋਝੀ ਦਾ ਖਿਆਲ ਅਜੇ ਵੀ ਨਹੀਂ ਕਰ ਰਿਹਾ। ਸੈਨ ਤਾਂ ਮਾਰ ਰਿਹਾ ਕਿ ਇੱਥੇ ਧਨ ਰੱਖਿਆ, ਇਹਦੇ ਕੋਲੋਂ ਜਾਣਾ, ਇਹਦੇ ਕੋਲੋਂ ਜਾਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐਡਾ ਵੱਡਾ ਕੰਗਾਲ ਹੈ, ਅੰਤਮ ਸਮੇਂ ਵੀ ਆਪਣੀ ਜਿਹੜਾ ਕੁਝ ਨਹੀਂ ਨਾਲ ਜਾਣ ਵਾਲਾ, ਉਹਦਾ ਹੀ ਖਿਆਲ ਕਰ। ਇੱਕ ਵਿਅੰਗਾਤਮਕ ਗੱਲ ਆਪਦੇ ਸਨਮੁਖ ਰੱਖਾਂ। ਕਹਿੰਦੇ ਕੋਈ ਬਹੁਤ ਧਨਾੜ ਬੰਦਾ ਜ਼ਿੰਦਗੀ ਭਰ ਜਿੰਨੇ ਛੂਮ ਬਣ ਕੇ ਮਾਇਆ ਜੋੜੀ, ਨਾ ਆਪਣੇ ਹਿੱਤ ਵਰਤੀ, ਨਾ ਔਲਾਦ ਨੂੰ ਦਿੱਤੀ, ਕਿਸੇ ਨੂੰ ਨਾ ਦਿੱਤੀ, ਬਸ ਜੋੜਦਾ ਹੀ ਰਿਹਾ। ਕਿੱਥੇ ਕਿੱਥੇ ਰੱਖੀ, ਇਹ ਵੀ ਕਿਸੇ ਨੂੰ ਹਿਸਾਬ ਨਾ ਦਿੱਤਾ। ਮ੍ਰਿਤੂ ਦਾ ਸਮਾਂ ਆ ਗਿਆ ਨੇੜੇ। ਹੁਣ ਪਰਿਵਾਰ ਨੂੰ ਸਾਰੀ ਜ਼ਿੰਦਗੀ ਹਿਸਾਬ ਨਹੀਂ ਦਿੱਤਾ। ਪਰਿਵਾਰ ਨੂੰ ਵੀ ਚਾਹਨਾ ਹੁੰਦੀ ਹੈ ਕਿ ਅੰਤਮ ਸਮੇਂ ਕੁਝ ਨਾ ਕੁਝ ਦੱਸ ਜਾਵੇ। ਪੁੱਤ ਪੋਤਰੇ ਸਭ ਰਿਸ਼ਤੇਦਾਰ ਸੰਬੰਧੀ ਆਲੇ ਦੁਆਲੇ ਮੰਜੇ ਦੇ ਇਕੱਠੇ ਹੋਏ ਨੇ ਅਤੇ ਬੋਲਿਆ ਨਹੀਂ ਜਾ ਰਿਹਾ। ਪਰ ਔਲਾਦ ਨੂੰ ਇਹ ਹੈ ਕਿ ਬਹੁਤ ਮਾਇਆ ਜੋੜੀ, ਦੱਸੀ ਨਹੀਂ ਸਾਰੀ ਜ਼ਿੰਦਗੀ, ਚੱਲ ਮਰਦੇ ਸਮੇਂ ਦੱਸ ਜਾਏ। ਉੱਪਰ ਬਿਲਕੁਲ ਝੁਕੇ ਹੋਏ ਨੇ, ਬੋਲਿਆ ਨਹੀਂ ਜਾ ਰਿਹਾ। ਫਿਰ ਇੱਕ ਨੇ ਸੋਚਿਆ ਕਿ ਇਹਦੇ ਅੰਦਰ ਹੁਣ ਸਮਰੱਥਾ ਨਹੀਂ, ਜ਼ੁਬਾਨ ਸਾਥ ਨਹੀਂ ਦੇ ਰਹੀ, ਡਾਕਟਰ ਨੂੰ ਬੁਲਾਓ। ਡਾਕਟਰ ਨੂੰ ਬੁਲਾਇਆ ਗਿਆ। ਉਹਨੇ ਕਿਹਾ ਕਿ ਬਹੁਤ ਮਹਿੰਗਾ ਟੀਕਾ ਲੱਗੇਗਾ, ਇਹ ਆਖਰੀ ਸ਼ਬਦ ਕਹਿਣ ਜੋਗਾ ਹੋ ਜਾਏਗਾ। ਪਰਿਵਾਰ ਵਾਲੇ ਸਹਿਮਤ ਹੋ ਗਏ, ਕੋਈ ਨਾ ਲਗਾ ਦਿਓ, ਆਖਰੀ ਗੱਲ ਤਾਂ ਦੱਸ ਦੇ, ਕਿਉਂਕਿ ਮਾਇਆ ਦਾ ਪਤਾ ਲੱਗ ਜਾਏ। ਟੀਕਾ ਲਗਾ ਦਿੱਤਾ ਕਿ 2-3 ਮਿੰਟਾਂ ਬਾਅਦ ਥੋੜ੍ਹਾ ਕਾਇਮ ਹੋਇਆ ਬੋਲਣ ਦੇ ਤੌਰ 'ਤੇ। ਪਰਿਵਾਰ ਨੂੰ ਚਾਹਨਾ ਹੈ ਕਿ ਸਾਨੂੰ ਦੱਸੇਗਾ, ਕਿਉਂਕਿ ਸਾਰੀ ਜ਼ਿੰਦਗੀ ਭੇਤ ਨਹੀਂ ਦਿੱਤਾ, ਜਿੰਨਾ ਕੁਝ ਸੰਚਿਆ ਕਮਾਇਆ ਦੱਬਿਆ ਕਿੱਥੇ ਹੈ। ਝੁਕੇ ਹੋਏ ਨੇ ਕਿ ਕਿਹੜਾ ਨੇੜੇ ਕਰ ਲਏ ਕੰਨ ਕਿ ਸ਼ਾਇਦ ਇਹਦੀ ਗੱਲ ਕਿਤੇ ਥੋੜ੍ਹੀ ਜਿਹੀ ਉੱਚੀ ਨਹੀਂ ਬੋਲ ਸਕਦਾ। ਨੇੜੇ ਕੰਨ ਕੀਤੇ ਨੇ, ਜਦੋਂ ਟੀਕੇ ਦੇ ਕਾਇਮ ਹੋਣ ਤੋਂ ਬਾਅਦ ਬੋਲਿਆ ਅਤੇ ਉਹਨੇ ਵਾਕ ਕੀ ਕਹੇ, ਵਾਕਾਂ 'ਤੇ ਧਿਆਨ ਰੱਖਣਾ, ਗੱਲ 'ਤੇ ਨਾ ਰੱਖਣਾ। ਕਹਿੰਦਾ ਮੇਰੇ ਵੱਲ ਕੀ ਦੇਖਦੇ ਹੋ, ਬਛੜਾ ਕੱਪੜਾ ਖਾਈ ਜਾ ਰਿਹਾ। ਮਤਲਬ ਕੀ ਹੈ ਕਿ ਮੌਤ ਦੀ ਦਹਲੀਜ਼ 'ਤੇ ਦੇ ਕੇ ਵੀ ਸੰਸਾਰ ਚੇਤੇ ਆ ਰਿਹਾ ਹੈ। ਹੰਸ ਉੱਡਿਓ ਤਨ ਗਾਡਿਓ, ਬੜੇ ਹੈਰਾਨ ਹੋਏ। ਇਸ ਤਰ੍ਹਾਂ ਦੇ ਵਾਲੇ ਵੀ ਮਰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਹੂ ਜੀਓ ਨਾ ਛੋਡਈ, ਜਿਸ ਜੀਓ ਕਰਕੇ ਤੇਰਾ ਇਹ ਸਾਰਾ ਨਗਰ ਵਸ ਰਿਹਾ, ਉਹੀ ਉੱਡ ਰਿਹਾ ਅਤੇ ਉਹਦੀ ਚਿੰਤਾ ਨਹੀਂ ਹੈ। ਅਜੇ ਵੀ ਦੁਨਿਆਵੀ ਆਕਾਂਖਿਆ ਅਪੇਕਸ਼ਾ ਬਣੀ ਹੋਈ ਹੈ। ਅਤੇ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੰਗਾਲ ਹੋ ਕੇ ਮਰ ਰਿਹਾ। ਕੰਗਾਲ ਹੋਣ ਦਾ ਮਤਲਬ ਕਿ ਅੰਤਮ ਸਮੇਂ ਵੀ ਤੇਰੇ ਤੋਂ ਸੰਸਾਰ ਨਹੀਂ ਛੁੱਟਿਆ। ਜੀਵਨ ਦੇ ਵਿੱਚ ਜਿਹੜੇ ਅਸੀਂ ਅਨੁਭਵ ਹੰਡਾਉਂਦੇ, ਇੱਕ ਹੋਰ ਗੱਲ ਹੈ ਕਿ ਅਸੀਂ ਵੀ ਕਦੇ ਵੀ ਮ੍ਰਿਤੂ ਦਾ ਅਨੁਭਵ ਨਹੀਂ ਹੰਡਾ ਸਕਦੇ, ਕਿਉਂਕਿ ਸਾਡੀ ਇੰਨੀ ਸਮਰੱਥਾ ਹੀ ਨਹੀਂ ਹੈ। ਇੱਥੋਂ ਤੱਕ ਕਿ ਕਦੇ ਆਮ ਘਰ ਦੇ ਵਿੱਚ ਮ੍ਰਿਤੂ ਦੀ ਗੱਲ ਚੱਲ ਪਏ ਨਾ, ਤਾਂ ਮੈਂ ਦੇਖਿਆ ਹੋਇਆ ਬਜ਼ੁਰਗ ਕਹਿਣਗੇ ਬਦ ਸ਼ਗਨੀ, ਪਰ ਗੁਰੂ ਸਾਹਿਬ ਜੀ ਕਹਿੰਦੇ ਮੂਏ ਬਿਨ ਜੀਵਨ ਨਾਹੀ। ਜਿੰਨਾ ਚਿਰ ਮੌਤ ਦੀ ਦੀਰਘ ਸੋਝੀ ਨਹੀਂ ਆਉਂਦੀ, ਉਹਨਾਂ ਚਿਰ ਤੁਹਾਡੇ ਜੀਵਨ ਦਾ ਹਿੱਸਾ ਜਾਗ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਨਹੀਂ ਲੱਗੇਗਾ ਕਿ ਕੀ ਮੇਰੇ ਅੰਦਰ ਦਖਲ ਹੋ ਰਿਹਾ ਹੈ। ਇਸ ਕਰਕੇ ਅਸੀਂ ਸੰਸਾਰੀ ਪੈਦਾ ਹੁੰਦੇ। ਗੁਰੂ ਸਾਹਿਬ ਜੀ ਨੇ ਜਿਹੜੀ ਆਰੰਭ ਦੇ ਵਿੱਚ ਜ਼ਿਕਰ ਕੀਤਾ ਸੀ, ਕਿਹਾ ਸੀ ਬਾਜ ਗੁਰੂ ਡੁੱਬਾ ਸੰਸਾਰ। ਉੱਥੇ ਸੰਸਾਰ ਸ਼ਬਦ ਦਾ ਮਤਲਬ ਹੈ ਕਿ ਜਿਹੜਾ ਸੰਸਾਰਕ ਤਲ 'ਤੇ ਜੀਵਨ ਜੀਵਿਆ ਉਹੀ ਡੁੱਬ ਰਿਹਾ ਹੈ। ਜਿੰਨੇ ਸੰਸਾਰ ਦੇ ਵਿੱਚੋਂ, ਹੁਣ ਜਿਵੇਂ ਭਗਤ ਆਪ ਜੀ ਅਜਾਮਲ ਦਾ ਪ੍ਰਮਾਣ ਸੁਣਦੇ ਹੋ ਗੁਰਬਾਣੀ ਦੇ ਵਿੱਚ, ਉਹਦੇ ਅੰਦਰ ਉਹ ਪਹਿਲਾਂ ਗਿਆਨੀ ਸੀ, ਉਹਦੇ ਅੰਦਰ ਵਿਕਾਰਾਂ ਦਾ ਦਖਲ, ਉਹਦਾ ਜੀਵਨ ਮਲੀਨ ਹੋ ਗਿਆ, ਸਮੁੱਚਾ ਜੀਵਨ ਮਲੀਨ ਹੋ ਗਿਆ। ਪਰ ਹੌਲੀ ਹੌਲੀ ਉਹਦਾ ਜੀਵਨ ਪਰਤਿਆ, ਉਹਨੂੰ ਪਤਾ ਲੱਗ ਗਿਆ ਵੀ ਨਹੀਂ, ਮੇਰਾ ਅਸਲ ਜੀਵਨ ਗਿਰਾਵਟ ਵੱਲ ਜਾ ਚੁੱਕਾ ਸੀ। ਫਿਰ ਉਹਨੇ ਆਪਣੇ ਜੀਵਨ ਦੇ ਇੱਕ ਖਾਸ ਸਮੇਂ 'ਤੇ ਜਾ ਕੇ ਬੰਦਗੀ ਦਾ ਅਭਿਆਸ ਸ਼ੁਰੂ ਕਰ ਦਿੱਤਾ। ਉਸ ਬੰਦਗੀ ਦੇ ਅਭਿਆਸ ਨੇ ਉਹ ਪਲ ਲੈਣ ਦਿੱਤਾ। ਜਦੋਂ ਉਹਦਾ ਅੰਤਮ ਸਮਾਂ ਆਇਆ ਅਤੇ ਉਹ ਪਹਿਲਾਂ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਸੀ, ਪੁੱਤਰ ਨਾਰਾਇਣ ਨਾਰਾਇਣ। ਤਾਂ ਉਹ ਫਿਰ ਕੀ ਹੋਇਆ ਕਿ ਹੌਲੀ ਹੌਲੀ ਪੁੱਤਰ ਉਹਦੇ ਕੋਲ ਵਿਸਰ ਗਿਆ, ਕਿਉਂਕਿ ਸਿਮਰਤੀ ਸ਼ੁੱਧ ਹੋ ਰਹੀ ਹੈ। ਪਹਿਲਾਂ ਦੁਨਿਆਵੀ, ਇਸੇ ਕਰਕੇ ਜਿਹੜੇ ਮੈਂ 3 ਕਾਰਨ ਦੱਸੇ, ਉਹਨਾਂ ਨੂੰ ਖਿਆਲ 'ਚ ਰੱਖਣਾ ਕਿ ਜਦੋਂ ਬੰਦਾ ਮਰਨ ਲੱਗਿਆ, ਜਿਹੜਾ ਬੰਦਗੀ 'ਚ ਹੁੰਦਾ ਹੈ, ਉਹਦੇ ਅੰਦਰ ਦੁਨਿਆਵੀ ਸੰਬੰਧਾਂ ਦਾ ਨਕਸ਼ ਹੀ ਨਹੀਂ ਬਣਦਾ, ਉਹ ਨਕਸ਼ ਨਹੀਂ ਬਣਦਾ ਉਹਦੇ ਅੰਦਰ। ਇਸ ਕਰਕੇ ਉਹ ਮੰਗ ਵੀ ਨਹੀਂ ਕਰਦਾ। ਜਿਹਦੇ ਅੰਦਰ ਜਿਹੜਾ ਸੰਸਾਰੀ ਦੁਨਿਆਵੀ ਸੰਬੰਧਾਂ ਦੀ ਮੰਗ ਕਰ ਰਿਹਾ, ਆਖਰ ਸਮੇਂ ਸਮਝ ਲੈਣਾ ਇਹ ਸੰਸਾਰੀ ਹੋ ਕੇ ਮਰ ਰਿਹਾ। ਭਗਤ ਮੰਗ ਨਹੀਂ ਕਰਦਾ, ਕਿਉਂਕਿ ਉਹਦੇ ਅੰਦਰ ਨਿਰਾਕਾਰ ਦਾ ਅਕਸ਼ ਬਣਿਆ ਹੁੰਦਾ ਹੈ। ਅਤੇ ਜਿਹੜਾ ਉਹਨੇ ਦੁਨਿਆਵੀ ਸੰਬੰਧਾਂ ਨੂੰ ਹੰਡਾਇਆ ਵੀ ਹੁੰਦਾ, ਉਹ ਵੀ ਇਸ ਤਰ੍ਹਾਂ ਹੰਡਾਇਆ ਹੁੰਦਾ ਹੈ ਕਿ ਅਸਲ 'ਚ ਮਾਲਕ ਹੀ ਇਹਨਾਂ ਦੁਆਰਾ ਵਰਤਿਆ ਹੈ।
ਤਾਂ ਇਸੇ ਪ੍ਰਕਾਰ ਫਿਰ ਉਹ ਕੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਫਿਰ ਅਜਾਮਲ ਨੇ ਨਾਰਾਇਣ ਨਾਰਾਇਣ ਕਹਿਣਾ ਪੁੱਤਰ ਵੀ ਛੱਡ ਦਿੱਤਾ। ਕਿਉਂ? ਕਿਉਂਕਿ ਸਿਮਰਨ ਦੀ ਅਵਸਥਾ ਵਿੱਚ ਹੈ। ਭਗਤ ਤਰਲੋਚਨ ਜੀ ਦਾ ਸ਼ਬਦ ਬੜਾ ਗਹਿਰਾ ਹੈ। ਉਹਦੇ ਵਿੱਚ ਜਦੋਂ ਕਿਹਾ ਨਾ ਕਿ ਅੰਤ ਕਾਲ ਜੋ ਲੜਕੇ ਸਿਮਰ ਹੈ। ਹੁਣ ਕੀ ਮੈਂ ਐਸੇ ਕਈ ਦੇਖੇ ਨੇ ਬਜ਼ੁਰਗਾਂ ਦੀ ਹਾਲਤ ਦੇਖ ਕੇ ਬੜਾ ਤਰਸ ਆਉਂਦਾ ਹੈ। ਅੰਤਮ ਉਮਰੇ ਆ ਕੇ ਆਪਣੇ ਪੁੱਤਰਾਂ ਦੇ ਨੌਕਰ ਹੋ ਗਏ ਨੇ। ਹੈਰਾਨਗੀ ਆਉਂਦੀ ਕਈ ਵਾਰੀ ਕਿ ਇਹਨਾਂ ਦੇ ਜੀਵਨ ਨੂੰ ਤੁਸੀਂ ਖੜਾ ਕੀਤਾ ਤਾਂ ਕਿ ਤੁਹਾਡੀ ਸੇਵਾ ਕਰ ਸਕਣ। ਆਪਣਾ ਕੋਈ ਪਹਿਨਣ ਦਾ, ਖਾਣ ਦਾ, ਮਾਨਣ ਦਾ ਕੋਈ ਸੁੱਖ ਨਹੀਂ ਹੈ। ਘਰ ਦੇ ਵਿੱਚ ਕੋਈ ਮੰਨ ਲਓ ਆ ਚੰਗੀ ਕਿਸਮ ਦੇ ਚੌਲ ਹੀ ਆ ਗਏ ਅਤੇ ਉਹਨੂੰ 100 ਕਿਲੋਮੀਟਰ ਜਾ ਕੇ ਦੇਣ ਜਾਂਦੇ ਨੇ। ਫਿਰ ਮੈਂ ਸਮਝਦਾ ਕਿ ਸੰਸਾਰੀ ਨੇ ਕੀ ਕਰ ਸਕਦੇ ਨੇ ਵਿਚਾਰੇ। ਤਾਂ ਇਸੇ ਪ੍ਰਕਾਰ ਭਗਤ ਫਿਰ ਕੀ ਹੁੰਦਾ, ਜਿਹੜਾ ਸਿਮਰਨ ਵਾਲਾ ਉਹਦੀ ਸਿਮਰਤੀ ਸ਼ੁੱਧ ਹੁੰਦੀ ਹੈ। ਉਹ ਦੁਨਿਆਵੀ ਸੰਬੰਧਾਂ ਦਾ ਮੋਹ ਵੀ ਛੱਡ ਦਿੰਦਾ ਹੈ, ਪਦਾਰਥਾਂ ਦਾ ਆਕਰਸ਼ਣ ਵੀ ਛੱਡ ਦਿੰਦਾ ਹੈ ਅਤੇ ਦੇਹ ਦੀ ਹੰਗਤਾ ਵੀ ਛੱਡ ਦਿੰਦਾ ਹੈ। ਫਿਰ ਉਹ ਇਕੱਲੀ ਜੋਤ ਸਰੂਪ ਬਚਦੀ ਹੈ ਅਤੇ ਉਹੀ ਜੋਤ ਸਰੂਪ ਮ੍ਰਿਤੂ ਦਾ ਦੁਆਰ ਪ੍ਰਾਪਤ ਕਰਕੇ ਅਤੇ ਆਪਣੇ ਅਸਲ ਵਿੱਚ ਭੇਦ ਹੋ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਝੂਠ ਬਿਗਾਰ ਨਿੰਦਿਆ ਝੂਠ ਬਿਕਾਰ ਅਸ ਜੈ ਜਾਨੋ ਤਹਿ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲ੍ਹੈ ਤੇਰੀ ਗਾਂਠਲੀ। ਪਤਾ ਨਹੀਂ ਤੇਰੇ ਪ੍ਰਾਣਾਂ ਦੀ ਗੰਢ ਅੱਜ ਕਿ ਕੱਲ੍ਹ ਖੁੱਲ੍ਹ ਜਾਣੀ। ਇਸ ਕਰਕੇ ਸੁਚੇਤ ਰਹਿ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਹੂ ਜੀਓ ਨਾ ਛੋਡਈ ਰੰਕਾਈ ਨਾ ਨਾਹਾ। ਇੰਨਾ ਵੱਡਾ ਸੰਕਟ ਵਾਪਰ ਰਿਹਾ ਹੈ ਅਤੇ ਇਸ ਸੰਕਟ ਦੇ ਵਿੱਚ ਵੀ ਅੱਖਾਂ ਸੈਨਤਾ ਦੇ ਨਾਲ ਧਾਨਾ ਕਦੇ ਆਦਿਕ ਦੇ ਜਾਂ ਹੋਰ ਜਿਹੜੇ ਦੁਨਿਆਵੀ ਕਿਸਮ ਦੇ ਸੰਕੇਤ ਕਰਕੇ ਪਰਿਵਾਰ ਨੂੰ ਦੱਸ ਰਿਹਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਦੀ ਬਾਜੀ ਹਾਰ ਗਿਆ ਕਿਉਂਕਿ ਸੰਸਾਰ ਵਿੱਚ ਆਇਆ ਸੀ ਸੰਸਾਰ ਦੀ ਬਾਜੀ। ਗੁਰਬਾਣੀ 'ਚ ਇੱਕ ਵਾਕ ਆਉਂਦੇ ਨੇ ਐਸਾ ਬਾਜੀ ਸਹਿਸਾਰ ਨਾ ਚੇਤੈ ਹਰ ਨਾਮਾ। ਜਾਂ ਗੁਰਬਾਣੀ 'ਚ ਇੱਕ ਵਾਕ ਆਉਂਦੇ ਨੇ ਚੱਲੇ ਜੁਆਰੀ ਦੋਏ ਹੱਥ ਝਾਰ। ਉਂਝ ਕਿਸੇ ਨੂੰ ਕਹਿ ਦਈਏ ਕਿ ਜੂਆ ਖੇਡਦੇ ਹੋ, ਉਹ ਕਹੇਗਾ ਅਸੀਂ ਨੇੜੇ ਨਹੀਂ ਜਾਂਦੇ ਇਹਦੇ। ਪਰ ਇਹ ਕਿੱਡਾ ਵੱਡਾ ਜੂਆ ਹੈ ਕਿ ਦੁਨਿਆਵੀ ਅਮੋਲਕਤਾ ਨੂੰ ਸੰਚ ਕੇ ਖਰਚ ਕਰਕੇ ਕੌਡੀ ਕਮਾ ਲਈ। ਮਤਲਬ ਹੀਰੇ ਰੂਪ ਜਿਹੜੀ ਅਮੋਲਕਤਾ ਮਿਲੀ ਸੀ ਸਰੀਰ ਦੀ, ਉਹਦੇ ਨਾਲ ਜਿਵੇਂ ਹੁਣ ਆਨੰਦ ਸਾਹਿਬ ਦੀ ਬਾਣੀ ਨੂੰ ਵਿਚਾਰੋ ਰੋਜ਼ ਤਾਂ ਉਹ ਕੀ ਸਾਡੇ ਲਈ ਸੰਦੇਸ਼ ਪੈਦਾ ਕਰਦੀ ਹੈ। ਇਹ ਸਰਵਣੋ ਮੇਰਿਓ ਸੱਚੈ ਸੁਣਨੇ ਨੂੰ ਬਿਠਾਏ ਨੇਤਰੋ ਮੇਰਿਓ ਹਰ ਤੁਮੈ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਕਿ ਆਰੰਭ ਤੋਂ ਹੀ ਯਤਨ ਕਰ। ਇਹ ਥੋੜ੍ਹਾ ਕਿ ਜਦੋਂ ਮੈਲਾ ਕਰ ਲਿਆ ਫਿਰ ਸੁਚੇਤ ਹੋਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਹੂ ਜੀਓ ਨਾ ਛੋਡਈ ਰੰਕਾਈ ਨੈ ਨਾਹਾ। ਕਿ ਸਰੀਰ ਰੂਪ ਦੇ ਵਿੱਚ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਸ ਨੁਕਤੇ ਤੋਂ ਸੁਚੇਤ ਕੀਤਾ ਹੈ ਕਿ ਜੀਵਨ ਦੇ ਵਿੱਚ ਜਦੋਂ ਮਾਇਆ ਦਾ ਦਖਲ ਵੱਧ ਜਾਂਦਾ ਹੈ, ਪਦਾਰਥਾਂ ਦਾ ਆਕਰਸ਼ਣ ਵੱਧ ਜਾਂਦਾ ਹੈ ਅਤੇ ਜਿਹੜੀ ਸੁਰਤ ਹੈ ਉਹ ਸੰਸਾਰ ਮੁਖੀ ਹੋ ਜਾਂਦੀ ਹੈ, ਬਾਹਰ ਮੁਖੀ ਹੋ ਜਾਂਦੀ ਹੈ। ਬਾਹਰ ਮੁਖੀ ਹੋਣ ਕਰਕੇ ਮਾਇਆ ਦੇ ਪ੍ਰਭਾਵ ਵਿੱਚ ਆ ਜਾਂਦੀ ਹੈ ਅਤੇ ਇਸੇ ਪ੍ਰਕਾਰ ਉਸ ਪ੍ਰਭਾਵ ਵਧਾਉਣ ਕਰਕੇ ਇਹਦੇ ਉੱਪਰ ਵਾਸਨਾ ਦਾ ਪ੍ਰਭਾਵ ਪੈ ਜਾਂਦਾ ਹੈ ਅਤੇ ਵਾਸਨਾ ਕਰਕੇ ਮਨੁੱਖ ਦਾ ਜਿਹੜਾ ਅੰਤਮ ਸਮਾਂ ਹੈ ਉਹ ਸਹਿਜ ਨਹੀਂ ਹੁੰਦਾ। ਵਾਸਨਾ ਦੇ ਵਿੱਚ ਮਰੇਗਾ, ਕਿਸੇ ਨਾ ਕਿਸੇ ਦੀ ਸਿਮਰਤੀ ਵਿੱਚ ਮਰੇਗਾ। ਫਿਰ ਉਸੇ ਅਕਸ਼ਰ ਨੂੰ ਪ੍ਰਾਪਤ ਕੀਤਾ। ਮੈਨੂੰ ਆਵਾਗਮਨ ਦੀ ਫਿਲਾਸਫੀ ਦੇ ਨਾ ਇੱਕ ਬਹੁਤ ਵੱਡਾ ਲੇਖ ਹੈ ਅਰਵਿੰਦੋ ਘੋਸ਼ ਦਾ। ਉਹਨੇ ਕਿਹਾ, ਕਹਿੰਦਾ ਕਿ ਪ੍ਰਕਿਰਤੀ ਹਰ ਇੱਕ ਚੀਜ਼ ਨੂੰ ਸ਼ੁੱਧ ਰੂਪ ਦੇ ਵਿੱਚ ਪ੍ਰਵਾਨ ਕਰਦੀ ਹੈ। ਕਹਿੰਦੇ ਉਹ ਜਾਂ ਉਹਨੂੰ ਪੂਰਾ ਜਜ਼ਬ ਕਰਦੀ ਹੈ, ਜਿੰਨਾ ਚਿਰ ਉਹਦੇ ਸਾਰੇ ਹਿੱਸੇ ਵਿਘਟਿਤ ਨਹੀਂ ਹੁੰਦੇ ਉਹ ਪ੍ਰਵਾਨ ਨਹੀਂ ਕਰਦੀ। ਉਹਨੇ ਤੁਹਾਨੂੰ ਸ਼ਵੱਛ ਰੂਪ ਦੇ ਵਿੱਚ ਸੰਸਾਰ ਵਿੱਚ ਭੇਜਿਆ। ਜਿਹੜੇ ਬੰਦੇ ਨਾਸਤਿਕ ਕਿਸਮ ਦੇ ਨੇ, ਜੇ ਮੰਨ ਲਓ ਅਕਾਲ ਪੁਰਖ ਨੂੰ ਨਹੀਂ ਮੰਨਦੇ, ਤਾਂ ਉਹ ਜਿਵੇਂ ਅਸੀਂ ਇਹਨੂੰ ਜਿਹੜੀ ਬਾਇਓਲੋਜੀਕਲ ਸਾਇੰਸ ਆ ਉਹ ਦੱਸਦੀਆਂ ਨੇ ਵੀ ਕਿਵੇਂ ਚੀਜ਼ ਵਿਘਟਿਤ ਹੋ ਕੇ ਦੁਬਾਰਾ ਆਪਣੇ ਅਸਲ ਵਿੱਚ ਜਾਂਦੀ ਹੈ। ਇਸੇ ਪ੍ਰਕਾਰ ਪ੍ਰਕਿਰਤੀ ਨੇ ਸਾਨੂੰ ਸ਼ੁੱਧ ਭੇਜਿਆ। ਮਤਲਬ ਜਿਹੜਾ ਸਾਡੇ ਜਨਮ ਸਮੇਂ ਸਾਡੇ ਕੋਲ ਮਨ ਸੀ, ਸਾਡੇ ਕੋਲ ਯਾਦਾਸ਼ਤ ਸੀ, ਉਹ ਸਾਰਾ ਕੁਝ ਬੜਾ ਸ਼ਵੱਛ ਸੀ। ਅਤੇ ਜੇ ਉਨੀ ਸ਼ਵੱਛਤਾ ਦੁਬਾਰਾ ਨਹੀਂ ਕਾਇਮ ਕਰਾਂਗੇ ਤਾਂ ਪ੍ਰਕਿਰਤੀ ਸਾਡਾ ਜਿਹੜਾ ਅਸਲ ਹੈ, ਜਿਹੜਾ ਡਿਵਾਈਨ ਸਰੂਪ ਵਾਲਾ ਜਿਹਦੇ ਵਿੱਚ ਕੋਈ ਆਕਾਰ ਨਹੀਂ ਹੈ, ਉਹਦੇ ਵਿੱਚ ਉਦੋਂ ਹੀ ਅਭੇਦ ਕਰੇਗੀ ਜਦੋਂ ਅਸੀਂ ਆਪਣੇ ਸਗਲ ਜੀਵਨ ਦੀ ਮਲੀਨਤਾ ਨੂੰ ਉਤਾਰ ਲਵਾਂਗੇ, ਵਾਸਨਾ ਵਿਕਾਰਾਂ ਅਵਗੁਣਾਂ ਤੋਂ ਰਹਿਤ ਕਰ ਲਵਾਂਗੇ। ਜਿਹਦਾ ਇੱਕੋ ਹੀ ਢੰਗ ਹੈ ਮਨੁੱਖ ਦੇ ਕੋਲ ਸਿਮਰਨ ਰਹੇ। ਇਸ ਕਰਕੇ ਅਸੀਂ ਆਪ ਜੀ ਬਾਣੀ 'ਚ ਪੜ੍ਹਦੇ ਹੋ ਨਾ, ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵਾਕ ਆਉਂਦੇ ਹਨ ਕਿ ਪ੍ਰਭ ਕੈ ਸਿਮਰਨ। ਉਹਦੇ ਕਿੰਨੇ ਪੱਖ ਨੇ। ਉਹਦਾ ਭਾਵ ਕੀ ਹੈ ਕਿ ਸਿਮਰਨ ਸਾਡੀ ਸਮ੍ਰਿਤੀ ਨੂੰ ਸ਼ੁੱਧ ਰੱਖਦਾ ਹੈ। ਅਸੀਂ ਸੰਸਾਰ ਦਾ ਸਿਮਰਨ ਜ਼ਿਆਦਾ ਕਰਦੇ ਹਾਂ, ਨਿਰੰਕਾਰ ਦਾ ਘੱਟ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਹੂ ਜੀਓ ਨਾ ਛੋਡਈ ਰੰਕਾਈ ਨਾ। ਇਸ ਕਰਕੇ ਯਤਨ ਕਰੋ ਕਿ ਜੀਵਨ ਦੇ ਸਮੁੱਚੇ ਖੇਲ ਵਿੱਚੋਂ ਆਪਣੇ ਅਸਲ ਨੂੰ ਪਛਾਣ ਸਕੀਏ ਅਤੇ ਅਸਲ ਨੂੰ ਪਛਾਣ ਕੇ ਕਰਮ ਕਰਨ ਦੇ ਲਈ ਬੰਦਗੀ ਦਾ ਕਰਮ ਜ਼ਰੂਰੀ ਹੈ, ਗਿਆਨ ਦਾ ਅਮਲੀ ਜਾਮਾ ਪਹਿਨਣਾ ਜ਼ਰੂਰੀ ਹੈ। ਫਿਰ ਮਨੁੱਖ ਦਾ ਜੀਵਨ ਰੌਸ਼ਨ ਹੁੰਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ ਇਹ ਅਵਸਥਾ ਦਾ ਅਨੁਭਵ ਹੈ
ਇਹਨੂੰ ਸੁਣਨਾ ਸਮਝਣਾ ਕਥਨਾ ਆਪਣੇ ਆਪ 'ਚ ਬੜਾ ਹੀ ਸੌਖਾ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਰ ਜੇ ਇਹਦਾ ਕੁਝ ਹਿੱਸੇ ਅਮਲ ਵੀ ਵਿੱਚ ਪੈ ਕੇ ਸਾਡੇ ਜੀਵਨ ਦਾ ਅਨੁਭਵ ਬਣ ਗਏ ਤਾਂ ਸਮਝ ਲਓ ਕਿ ਅਸੀਂ ਗੁਰੂ ਸ਼ਬਦ ਦੇ ਇਸ ਉਪਦੇਸ਼ ਦੇ ਨਾਲ ਜੁੜ ਗਏ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ ਸਾਡੀ ਸੁਰਤ ਗੁਰੂ ਚਰਨਾਂ ਵਿੱਚ ਰਹੇ, ਸੁਰਤ ਦੇ ਅੰਦਰ ਗੁਰੂ ਸ਼ਬਦ ਦੇ ਗਿਆਨ ਦਾ ਦੀਪਕ ਜਲਦਾ ਰਹੇ, ਚਿੱਤ ਵਿੱਚ ਸੰਸਾਰ ਦੀ ਬਜਾਏ ਨਿਰੰਕਾਰ ਦੀ ਯਾਦ ਵਾਸ ਕਰੇ, ਤਾਂ ਕਿ ਜਦੋਂ ਜਿਵੇਂ ਪੰਛੀ ਨੂੰ ਉੱਡਣ ਲੱਗਿਆਂ ਰੁੱਖ ਤੋਂ ਉੱਡਣ ਲੱਗਦਾ, ਕੋਈ ਮਸਾਲਾ ਨਹੀਂ ਪੈਦਾ ਹੁੰਦਾ। ਇਸ ਕਰਕੇ ਜਦੋਂ ਸਰੀਰ ਪਦਾਰਥ ਸੰਸਾਰ ਤਿਆਗਣਾ ਪਏ ਅਤੇ ਇਤਨਾ ਆਤਮ ਸੁਜੀਵਨ ਸ਼ਵਸ਼ ਹੋਵੇ ਕਿ ਕਿਸੇ ਪ੍ਰਕਾਰ ਦੀ ਕੋਈ ਪਸ਼ੇਮਾਨੀ ਨਾ ਹੋਵੇ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਵਿਚਾਰ ਰੂਪ 'ਚ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ